ਹੈਲੋ ਫਰੈਂਡਸ, ਗਿਲਜ਼ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। 25 ਨਵੰਬਰ ਹੈ ਤੇ ਆਪਾਂ ਰੈਡੀ ਹਾਂ ਆਪਣੇ ਕਰੰਟ ਅਫੇਅਰਸ ਸੈਸ਼ਨ ਦੇ ਨਾਲ। ਕਰੰਟ ਅਫੇਅਰਸ ਸੈਸ਼ਨ ਜੋ ਕਿ ਇੰਪੋਰਟੈਂਟ ਹੋਏਗਾ ਡਿਫਰੈਂਟ ਐਗਜ਼ਾਮਸ, ਪੰਜਾਬ ਪਟਵਾਰੀ, PPSC, PCS, SSC, CGL, CHSL ਔਰ ਬੈਂਕਿੰਗ ਐਗਜ਼ਾਮਸ ਦੇ ਲਈ ਆਪਾਂ ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, WhatsApp, ਟੈਲੀਗ੍ਰਾਮ, ਫੇਸਬੁੱਕ, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। IBPS, RRB, JEE ਪੰਜਾਬ, ਪੰਜਾਬ ਪੁਲਿਸ, SI ਔਰ ਪਟਵਾਰੀ ਦੇ ਲਈ ਬੈਚਿਸ ਲਾਂਚ ਕੀਤੇ ਜਾ ਚੁੱਕੇ ਨੇ। ਅਗਰ ਤੁਸੀਂ ਚਾਹੋ ਤਾਂ ਇਹਨਾਂ ਬੈਚਿਸ ਦੇ ਵਿੱਚ ਐਨਰੋਲ ਕਰਵਾ ਸਕਦੇ ਹੋ। ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ। ਵੈਬਸਾਈਟ ਦਾ ਲਿੰਕ ਇੱਥੇ ਦਿੱਤਾ ਹੋਇਆ ਹੈ। ਹੋਰ ਵੀ ਕਿਸੇ ਤਰੀਕੇ ਦੇ ਕ੍ਰੈਸ਼ ਕੋਰਸ ਜਾਂ ਮੌਕ ਟੈਸਟ ਸੀਰੀਜ਼ ਅਗਰ ਤੁਸੀਂ ਅਵੇਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਹਰ ਇੱਕ ਤਰੀਕੇ ਦੀ ਜਾਣਕਾਰੀ ਤੁਹਾਨੂੰ ਐਪਲੀਕੇਸ਼ਨ 'ਤੇ ਮਿਲ ਜਾਏਗੀ ਜਾਂ ਵੈਬਸਾਈਟ 'ਤੇ ਵੀ ਮਿਲ ਜਾਏਗੀ। ਚੈਨਲ ਨੂੰ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਵੀਡੀਓਜ਼ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ ਉਹਨਾਂ ਨਿਊਜ਼ ਨੂੰ ਆਪਾਂ ਡਿਸਕਸ ਕਰਦੇ ਹੁੰਦੇ ਹਾਂ ਜਿਨ੍ਹਾਂ ਦੀ ਕੱਲ MCQ ਫਾਰਮ ਦੇ ਵਿੱਚ ਆਪਾਂ ਡਿਸਕਸ਼ਨ ਕੀਤੀ ਸੀ। ਉਹਨਾਂ ਨੂੰ ਅੱਜ ਰਿਵੀਜ਼ਨ ਦੇ ਫਾਰਮ ਦੇ ਵਿੱਚ, ਵਨ ਲਾਈਨਰ ਫਾਰਮ ਦੇ ਵਿੱਚ ਡਿਸਕਸ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਤੇ ਇਸ ਦੇ ਨਾਲ ਹੀ ਆਪਸ਼ਨਸ ਦੇ ਨਾਲ ਸਟੈਟਿਕ ਪੋਰਸ਼ਨ ਦੇਖਦੇ ਚੱਲਾਂਗੇ। ਸਭ ਤੋਂ ਪਹਿਲੇ 22 ਨਵੰਬਰ 72 ਫਾਊਂਡੇਸ਼ਨ ਡੇ ਆਬਜ਼ਰਵ ਕੀਤਾ ਗਿਆ NCC ਦਾ, ਨੈਸ਼ਨਲ ਕੈਡੇਟ ਕਾਰਪਸ। ਨੈਸ਼ਨਲ ਕੈਡੇਟ ਕਾਰਪਸ 72 ਫਾਊਂਡੇਸ਼ਨ ਡੇ 22 ਨਵੰਬਰ ਨੂੰ ਆਬਜ਼ਰਵ ਕੀਤਾ ਗਿਆ। 1958 ਦੇ ਵਿੱਚ NCC ਬਣਾਈ ਗਈ ਸੀ। ਨਿਊ ਦਿੱਲੀ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ। IIT ਦਿੱਲੀ ਦੀ ਗੱਲ ਕਰਦੇ ਹਾਂ। 1958 ਨਹੀਂ, ਸੌਰੀ, ਇੱਥੇ 48 ਆਏਗਾ, ਬਾਈ ਮਿਸਟੇਕ ਇੱਥੇ 58 ਹੈ, 1948 ਆਏਗਾ ਇੱਥੇ। ਠੀਕ ਹੈ। IIT ਦਿੱਲੀ ਮੋਸਟ ਐਮਪਲੋਏਬਲ ਇੰਸਟੀਟਿਊਸ਼ਨ ਬਣਿਆ ਇੰਡੀਆ ਦਾ ਐਜ਼ ਪਰ ਦਾ ਐਮਪਲੋਇਮੈਂਟ ਰੈਂਕਿੰਗਸ 2020। ਐਮਪਲੋਏਬਿਲਿਟੀ ਰੈਂਕਿੰਗਸ 2020 ਦੇ ਅਨੁਸਾਰ ਮੋਸਟ ਐਮਪਲੋਏਬਲ ਇੰਸਟੀਟਿਊਸ਼ਨ ਬਣਿਆ IIT ਦਿੱਲੀ। ਠੀਕ ਹੈ। ਬੇਸਿਕਲੀ ਇੱਕ ਇੰਡੈਕਸ ਜਾਰੀ ਕੀਤਾ ਗਿਆ। ਇਸ ਇੰਡੈਕਸ ਨੂੰ ਗਲੋਬਲੀ ਅਗਰ ਗੱਲ ਕਰਦੇ ਤਾਂ ਟੌਪ ਕੀਤਾ ਹੈ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਦੁਆਰਾ। ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ USA ਦੁਆਰਾ ਇਸ ਨੂੰ ਟੌਪ ਕੀਤਾ ਗਿਆ। ਔਰ ਇੰਡੀਆ ਦਾ ਰੈਂਕ ਅਗਰ ਗੱਲ ਕਰਦੇ 27 ਨੰਬਰ 'ਤੇ। ਫੀਕੀ ਦੀ ਗੱਲ ਕਰੀਏ ਤਾਂ ਫੀਕੀ ਲੇਡੀਜ਼ ਆਰਗੇਨਾਈਜੇਸ਼ਨ, ਫੀਕੀ ਦੀ ਇੱਕ ਸਬਸਿਡਰੀ ਹੈ, ਅੱਗੇ ਪਾਰਟ ਹੈ ਫੀਕੀ ਦਾ FLO, ਫੀਕੀ ਲੇਡੀਜ਼ ਆਰਗੇਨਾਈਜੇਸ਼ਨ। ਇਸ ਦੁਆਰਾ ਐਗਰੀਮੈਂਟ ਸਾਈਨ ਕੀਤਾ ਗਿਆ IIM ਸ਼ਿਲੋਂਗ ਦੇ ਨਾਲ। IIM ਸ਼ਿਲੋਂਗ ਦੇ ਨਾਲ ਕਿਸ ਦੇ ਲਈ? ਟੂ ਮੈਂਟਰ ਦਾ ਐਂਟਰਪ੍ਰੇਨਿਓਰਸ ਨੂੰ ਮੈਂਟਰ ਕਰਨ ਦੇ ਲਈ। ਨੈਕਸਟ ਹੈ GC ਮੁਰਮੂ ਜੋ ਕਿ 14th CAG यानी कि कंट्रोलर एंड ऑडिटर जनरल ने इन्हों एक्सटर्नल ऑडिटर बनाया गया, अपॉइंट किया गया इंटर पार्लियामेंट्री यूनियन 3 साल के लिए अपॉइंट किया गया। इंटर पार्लियामेंट्री यूनियन 1889 के बनाया गया सी। जेनेवा के हैडकुआटर है। और दुआरते पैचेको जो कि पोर्तुगल तो बिलोंग करते हैं, रीसेंटली इन्हों इसका प्रेजिडेंट अपॉइंट किया गया सी। ठीक है जी, याद रखना है। रीचा चड्डा नूं भारत रत्न डॉक्टर BR अंबेडकर अवार्ड दिता गया फॉर हर कॉन्ट्रीब्यूशन इन द इंडियन सिनेमा। अजय कुमार जो कि इंडियन एंबेसडर ने युगांडा के एंबेसडर ने, इंडियन एंबेसडर, इन्हों बुरुंदी का भी एंबेसडर अपॉइंट किया गया। ठीक है जी। अजय कुमार की गल करते हैं तो एंबेसडर युगांडा के ने, तो युगांडा की कैपिटल करंसी कंपाला और करंसी शिलिंग चलती है। बुरुंदी कैपिटल बुजुम्बारा और करंसी फ्रैंक चलती है। नेक्स्ट है संजू सैमसन क्रिकेटर ने, इन्हों ब्रांड एंबेसडर अपॉइंट किया गया आयुर्वेदिक वैलनेस ब्रांड हाइल का। हाइल एक आयुर्वेदिक वैलनेस ब्रांड है। इस दे लई ब्रांड एंबेसडर किन्होंने अपॉइंट किया गया? संजू सैमसन। LIC द्वारा आनंदा डिजिटल एप्लीकेशन लॉन्च की गई। आनंद या आनंदा कह सकते हैं, डिजिटल एप्लीकेशन आत्मनिर्भर एजेंट्स न्यू बिजनेस डिजिटल एप्लीकेशन आत्मनिर्भर एजेंट्स किया गया LIC द्वारा। ठीक है जी। DRDO द्वारा फ्लैग्स ऑफ किया गया इंडिया का
फर्स्ट हैवी वेट टॉरपेडो DRDO द्वारा भारत डायनामिक्स ਦੇ ਨਾਲ ਮਿਲ ਕੇ DRDO द्वारा भारत डायनामिक्स ਦੇ ਨਾਲ ਮਿਲ ਕੇ हैवी वेट टॉरपेडो बनाया गया वरुणास्त्र डेवलप किया गया जिस ਨੂੰ डिलीवर किया गया इंडियन नेवी ਨੂੰ डिलीवर किया गया स्ट्राइक रेंज है 40 किलोमीटर की। ठीक है जी, जिस तरीके ਨਾਲ DRDO द्वारा भारत ड्रोन बनाया गया सी वो इंडियन आर्मी ਨੂੰ डिलीवर किया गया सी। ठीक है। RBI रिजर्व बैंक ऑफ इंडिया वर्ल्ड द फर्स्ट सेंट्रल बैंक बने जिस ਨੂੰ 1 मिलियन फॉलोअर्स होए ने ट्विटर के उत्ते 1 मिलियन फॉलोअर्स वाला फर्स्ट सेंट्रल बैंक RBI की गल करते हैं तो RBI ने ट्विटर के उत्ते एक डिजिटल अवेयरनैस कैंपेन भी लॉन्च किया जिस दे लई फेस चूज़ किया गया सी अमिताभ बच्चन का। ठीक है जी, अमिताभ बच्चन को चूज़ किया गया सी। ठीक है जी, ये भी याद रखना। अच्छा, दूसरे नंबर पर US फैडरल रिजर्व रहा है और तीसरे नंबर की गल करते हैं यूरोपियन सेंट्रल बैंक ECB जिसके अपने काफ़ी बार हैड डिस्कस किए हैं क्रिस्टीना लगाडे। पहले इसके हैड क्रिस्टीना लगाडे जोड़े ECB के हैड ने यह बैंक है जोड़ा तीसरे नंबर पर रहा। 12th काउंटर टैररिज्म डायलॉग है जोड़ा इंडिया और यूरोपियन यूनियन का ऑर्गेनाइज किया गया। यूरोपियन यूनियन के बारे याद रखना है, ब्रुसल्स बेल्जियम के हैडकुआटर है। यूरोपियन यूनियन की गल करते हैं तो यूरोपियन यूनियन के 27 मैंबर कंट्रीज़ ने। ठीक है, पहले 28 होंदियां सी। UK ब्रिटेन एग्जिट कह सकते हैं, रिजाइन किया गया सी, एग्जिट किया गया सी। नैक्सट है इंडियन नैविगेशन सिस्टम इंडिया का नैविगेशन सिस्टम है नैविक, इसनों अप्रूवल दी गई है इंटरनेशनल मैरीटाइम ऑर्गेनाइजेशन द्वारा इसनों अप्रूवल दी गई है। ठीक है, इंटरनेशनल मैरीटाइम ऑर्गेनाइजेशन का हैडकुआटर कित्थे है? लंडन दे विच है। अगर गल करते हैं नैविक दे विच टोटल 8 सैटेलाइट्स ने ये याद रखनिया ने। इंडिया का जोड़ा आपदा कह सकते हैं रीजनल रैपिड नैविगेशन सिस्टम है वह है। ठीक है, अप्रूवल किस द्वारा दी गई है? इंटरनेशनल मैरीटाइम ऑर्गेनाइजेशन द्वारा। हरी मोहन गुप्ता नूं इलैक्ट किया गया ग्लोबल सैकेंड वाइस प्रेजिडेंट ऑफ द एसोसीएशन ऑफ यूनीवर्सिटीज़ ऑफ एशिया एंड पैसिफिक जिसका हैडकुआटर थाईलैंड दे विच है। एसोसीएशन ऑफ यूनीवर्सिटीज़ ऑफ एशिया एंड द पैसिफिक दे हैडकुआटर थाईलैंड दे विच है। इस दे विच 2 वाइस प्रेजिडेंट होंदे ने, दूसरे वाइस प्रेजिडेंट हरी मोहन गुप्ता नूं अपॉइंट किया गया। खादी एंड विलेज इंडस्ट्रीज कमीशन के चेयरमैन ने विनय कुमार सक्सेना द्वारा खादी एग्जीबिशन वाराणसी यूपी के शुरू किया गया। वाराणसी यूपी के इनॉग्रेट किया गया खादी एग्जीबिशन विनय कुमार सक्सेना द्वारा KVIC के हैड द्वारा। USA प्रेजिडेंट जो बिडन ने इन्होंने इंडियन अमेरिकन माला अदीगा नूं अपॉइंट किया पॉलिसी डायरैक्टर ऑफ फर्स्ट लेडी जिल बिडन जो बिडन के वाइफ ने USA के प्रेजिडेंट के वाइफ नूं की कहा जाता है? फर्स्ट लेडी कहा जाता है। तो फर्स्ट लेडी के पॉलिसी डायरैक्टर अपॉइंट किए गए ने माला अदीगा इंडियन अमेरिकन ने, इस करके नाम इंपोर्टेंट बनेगा। नैक्सट है अगस्त्या जयसवाल जो कि हैदराबाद तो बिलोंग करते हैं। इन्होंने अपने आप को क्लेम किया कि फर्स्ट इंडियन स्टूडेंट बने ने जिन्होंने सिर्फ 14 साल की एज के ग्रैजुएशन कंप्लीट कर ली है। बेसिकली मास कम्युनिकेशन इन्हों की ग्रैजुएशन है, तो इन्होंने सिर्फ 14 साल की एज के इन्होंने अपनी ग्रैजुएशन कंप्लीट की है। तेलुगु पोएट ने देवी प्रिया इन्हों की रिसेंटली डेथ हो गई है। इन्होंने साहित्य अकैडमी अवार्ड दिता गया 2017 के साहित्य अकैडमी अवार्ड दिता इन्होंने गली रंगू बुक के लिए इस तो इलावा थप्पड़ छपाक और शुभ मंगल ज़्यादा सावधान ये 3 मूवीज़ नूं नॉमीनेट किया गया ऑस्ट्रेलियन अकैडमी ऑफ सिनेमा एंड टैलीविजन आर्ट्स अवार्ड। ऑस्ट्रेलियन अकैडमी ऑफ सिनेमा एंड टैलीविजन आर्ट्स अवार्ड के लिए नॉमीनेट किया गया 3 मूवीज़ नूं, 3 इंडियन मूवीज़ नूं। तो किहड़ियां ने? थप्पड़ छपाक और शुभ मंगल ज़्यादा सावधान। नैक्सट है दिल्ली एयरपोर्ट की गल करते हैं। पहला ऐसा एयरपोर्ट बनया फर्स्ट एयरपोर्ट इन एशिया पैसिफिक रीजन टू गैट लेवल 4 ट्रांजिशन कार्बन एक्रीडेशन के फील्ड के लेवल 4+
ਕਿਸ ਕਿਹੜੇ ਇੰਡੀਆ ਦੇ ਕਿਹੜੇ 에ਅਰਪੋਰਟ ਨੂੰ ਦਿੱਤਾ ਗਿਆ ਹੈ? ਏਸ਼ੀਆ ਪੈਸੀਫਿਕ ਰੀਜਨ ਦੇ ਵਿੱਚ ਦਿੱਲੀ 에ਅਰਪੋਰਟ ਨੂੰ। ਨੈਕਸਟ ਹੈ ਇੰਡੋਨੇਸ਼ੀਆ। ਇੰਡੋਨੇਸ਼ੀਆ G20 ਸਮਿਟਸ ਦੇ ਬੇਸਿਕਲੀ ਵੈਨਿਊਜ਼ ਚੇਂਜ ਕੀਤੇ ਗਏ ਨੇ। G20 2020 ਸਾਊਦੀ ਅਰੇਬੀਆ ਦੁਆਰਾ ਹੋਸਟ ਕੀਤਾ ਗਿਆ। G20 2021 यानी कि 16th एडिशन इटली होस्ट करेगा। 17th एडिशन इंडिया ने होस्ट करना सी, इसनों इंडोनेशिया नूं दे दिता गया। 18th एडिशन हुण इंडिया होस्ट करेगा 2023 दा, और 19th एडिशन ब्राज़ील दे विच 2024 किया जाएगा। एपैक की गल करते हैं। एपैक वर्चुअल मीट है, इसनों होस्ट किया गया। एपैक की फुल फॉर्म है बेसिकली एशिया पैसिफिक मीटिंग है जिहड़ी ऑर्गेनाइज की गई मलेशिया दे विच, होस्ट की गई मलेशिया दे विच। इंडिया इसका मैंबर नहीं है। इन्हां द्वारा पुत्राजय विजन 2020 शुरू किया गया ताकि फ्री ट्रेड डील की जा सके। फ्री ट्रेड डील पुत्राजय विजन 2040 बेसिकली अगले 20 सालों के लिए कह सकते हैं फ्री ट्रेड एग्रीमेंट नूं किया जाएगा ताकि इकनॉमी नूं इंक्रीज़ किया जा सके। 1989 ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ। ਇੰਡੀਆ ਇਸ ਦਾ ਮੈਂਬਰ ਨਹੀਂ ਹੈ ਔਰ ਟੋਟਲ 21 ਮੈਂਬਰ ਕੰਟਰੀਜ਼ ਨੇ। ਇਸ ਤੋਂ ਇਲਾਵਾ ਨੈਕਸਟ ਈਅਰ ਦੀ ਮੀਟਿੰਗ ਅਨਾਉਂਸ ਕੀਤੀ ਗਈ ਹੈ ਕਿ ਨਿਊਜ਼ੀਲੈਂਡ ਦੁਆਰਾ ਹੋਸਟ ਕੀਤੀ ਜਾਏਗੀ। ਐਪੈਕ ਵਰਚੁਅਲ ਮੀਟ ਦੀ ਮੀਟਿੰਗ ਨੂੰ ਨਿਊਜ਼ੀਲੈਂਡ ਹੋਸਟ ਕਰੇਗਾ। ਨੈਕਸਟ ਹੈ ਇੰਡੀਅਨ ਨੇਵੀ ਨੂੰ ਨੋਮਾ P8I ਸਰਵੇਲੈਂਸ ਪਲੇਨ ਮਿਲਿਆ INS ਹੰਸਾ ਗੋਆ ਦੇ ਵਿੱਚ। INS ਹੰਸਾ ਗੋਆ ਦੇ ਵਿੱਚ ਇਸ ਪਲੇਨਸ ਨੂੰ ਬੇਸਿਕਲੀ ਡੀਲ ਸਾਈਨ ਕੀਤੀ ਗਈ ਹੈ USA ਦੀ ਕੰਪਨੀ ਬੋਇੰਗ ਦੇ ਨਾਲ। पहला प्लेन 2013 ਦੇ ਵਿੱਚ ਮਿਲਿਆ ਸੀ। टोटल 8 ਦੀ ਡੀਲ ਸਾਈਨ ਕੀਤੀ ਗਈ ਸੀ। ਜਦੋਂ 8 ਰਿਸੀਵ ਹੋ ਗਏ ਤਾਂ 4 ਐਡੀਸ਼ਨਲ ਦੀ ਡੀਲ ਸਾਈਨ ਕੀਤੀ ਗਈ। 4 ਐਡੀਸ਼ਨਲ ਦੇ ਵਿੱਚੋਂ ਪਹਿਲਾ ਇੰਡੀਆ ਨੂੰ ਦੇ ਦਿੱਤਾ ਗਿਆ। ਨੈਕਸਟ ਹੈ ਇੰਡੀਅਨ ਨੇਵੀ ਦੁਆਰਾ 27th ਐਡੀਸ਼ਨ ਸਿੰਬੈਕਸ ਦਾ ਹੋਸਟ ਕੀਤਾ ਗਿਆ। ਸਿੰਬੈਕਸ ਦਾ 27th ਐਡੀਸ਼ਨ ਸਿੰਗਾਪੁਰ ਦੇ ਨਾਲ ਅੰਡੇਮਾਨ ਸੀ ਦੇ ਵਿੱਚ ਹੈਲਡ ਕੀਤਾ ਗਿਆ। इंडियन नेवी द्वारा ही 2nd एडिशन ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਗਿਆ ट्राईलेटरल मैरीटाइम एक्सरसाइज सिटमैक्स। सिम्बैक्स सिंगापुर ਦੇ ਨਾਲ और सिटमैक्स ट्राईलेटरल है इंडिया सिंगापुर और थाईलैंड ਦੇ ਨਾਲ। ਇਸ ਨੂੰ ਵੀ अंडेमान सी ਦੇ ਵਿੱਚ ਹੀ ਕੰਡਕਟ ਕੀਤਾ ਗਿਆ। इंडिया ਵੱਲੋਂ INS ਕਾਮੋਰਤਾ और कारमुक ਦੁਆਰਾ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ। ਇਸ ਤੋਂ ਇਲਾਵਾ ਇਹ 2nd ਐਡੀਸ਼ਨ ਸੀਗਾ ਤਾਂ 1st ਐਡੀਸ਼ਨ ਯਾਦ ਰੱਖਣਾ ਪੋਰਟ ਬਲੇਅਰ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਸੀ। ਨੈਕਸਟ ਹੈ 80th ऑल इंडिया प्रेजाइडिंग ऑफिसर्स कॉन्फ्रेंस। अज इसनूं ऑर्गेनाइज किया जाएगा। 80th ऑल इंडिया प्रेजाइडिंग ऑफिसर्स कॉन्फ्रेंस है जिहड़ी केवाड़िया गुजरात दे विच ऑर्गेनाइज की जाएगी अंडर थीम हारमोनीअस कोऑर्डिनेशन ऑफ लैजिस्लेचर एग्जीक्यूटिव एंड जुडिशरी की टू अ वाइब्रेंट डेमोक्रेसी। अच्छा इसनूं इनोग्रेट करनगे प्रेजिडेंट रामनाथ कोविंद। ये इंपोर्टेंट बनेगा, एडिशन इंपोर्टेंट बनेगा और वैन्यू इंपोर्टेंट बनेगा। ठीक है, 3 चीज़ां याद रखनियां ने इस न्यूज़ दे विच। नैक्सट है भुवनेश्वर फर्स्ट ऐसी सिटी बनी है जिस कंट्री दी जिसनूं ISO सर्टिफिकेट दिता गया। ISO सर्टिफिकेट दिता गया फेशियल स्लज और सैप्टेज मैनेजमेंट सर्विसेज के लिए। महा आवास योजना नूं महाराष्ट्र द्वारा शुरू किया गया। भारत फाइनैंशियल इनकलूजन लिमिटेड जो कि इंदू सिड बैंक की सबसिडरी है, इसने भी महाराष्ट्र गवर्नमेंट की एनीमल हसबेंडरी डिपार्टमेंट के नाल एग्रीमेंट साइन किया है। किस दे लई? महापशुधन संजीवनी इनिशिएटिव नूं लॉन्च करन दे। इंडियाज़ फर्स्ट मॉस गार्डन, इंडिया का पहला मॉस गार्डन खुरपुतल नैनीताल उत्तराखंड के बनाया गया। इंडिया का पहला मॉस गार्डन नैनीताल डिस्ट्रिक्ट उत्तराखंड। पेट्रोलियम एंड नैचुरल गैस मिनिस्ट्री धर्मेंद्र प्रधान दे लवे है। इन्हां द्वारा सिस्मिक सर्वे अनाउंस किया गया ओडिशा के रिवर बेसिन दे विच, ओडिशा के महानदी रिवर बेसिन दे विच। राजस्थान गवर्नमेंट द्वारा इंदिरा गांधी मैतृत्व योजना लॉन्च की गई है। बेसिकली इस अंदर 6000 रुपीज़ प्रोवाइड किए जाएंगे मदर नूं। 4 डिस्ट्रिक्ट्स दे विच इसनूं लॉन्च किया गया राजस्थान दे। ये बेसिकली प्राइम मिनिस्टर मातृ वंदना योजना की सिमिलर स्कीम है। प्राइम मिनिस्टर मातृ वंदना योजना के 5000 रुपीज़ दिते जाते सी, इस इनिशिएटिव के 6000 रुपये दिते जाएंगे। कर्नाटका द्वारा $50 बिलियन बाय इकोनॉमी टारगेट अनाउंस किया गया 2025 तक। टेस्ला द्वारा वर्ल्ड की लार्जेस्ट सुपर चार्ज स्टेशन
ਅਨਾਊਂਸ ਕੀਤਾ ਗਿਆ ਫਾਇਰਬੋਕ ਕੈਲੀਫੋਰਨੀਆ USA ਦੇ ਵਿੱਚ। ਟੈਸਲਾ ਦੁਆਰਾ ਬਣਾਇਆ ਗਿਆ ਵਰਲਡ ਦਾ ਲਾਰਜੈਸਟ ਸੁਪਰ ਚਾਰਜ ਸਟੇਸ਼ਨ। ADB ਦੁਆਰਾ 50 ਮਿਲੀਅਨ ਦਾ ਲੋਨ ਵੈਸਟ ਬੰਗਾਲ ਦੇ ਲਈ ਅਪਰੂਵ ਕੀਤਾ ਗਿਆ। ADB ਰਿਲੇਟਡ ਵੀ ਇੱਕ ਨਿਊਜ਼ ਹੈ, ਇੱਕ ਸੁਪਰ ਚਾਰਜ ਸਟੇਸ਼ਨ ਰਿਲੇਟਡ ਵੀ ਨਿਊਜ਼ ਹੈ, ਦੋ ਡਿਸਕਸ ਕਰਾਂਗੇ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਮੈਰਿਜ ਅਨਾਊਂਸ ਕੀਤੀ ਗਈ ਹੈ ਫਸਟ ਕਜ਼ਨਸ ਦੀ ਈਲੀਗਲ ਹੈ ਕਿ ਫਸਟ ਕਜ਼ਨ ਦੇ ਵਿੱਚ ਮੈਰਿਜ ਈਲੀਗਲ ਅਨਾਊਂਸ ਕੀਤੀ ਗਈ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ। ਦਿੱਲੀ ਦੀ ਗੱਲ ਕਰਦੇ ਹਾਂ, 62 ਰੈਂਕ ਰਿਹਾ ਇੰਡੀਆ ਦਾ 100 ਬੈਸਟ ਸਿਟੀਜ਼ ਦੇ ਵਿੱਚੋਂ, ਟੌਪ ਕੀਤਾ ਗਿਆ ਲੰਡਨ ਦੁਆਰਾ। ਇਸ ਤੋਂ ਇਲਾਵਾ ਵੀ ਕਾਫੀ ਇੰਪੋਰਟੈਂਟ ਸਿਟੀਜ਼ ਸੀਗੀਆਂ ਇਸ ਇੰਡੈਕਸ ਦੇ ਵਿੱਚ, ਨਿਊਯਾਰਕ ਹੋ ਗਿਆ, ਠੀਕ ਹੈ, ਉਹ ਆਪਾਂ ਆਪਣੇ ਲਈ ਜ਼ਰੂਰੀ ਨਹੀਂ ਬਣਨਗੇ। ਨੈਕਸਟ ਚੱਲਦੇ ਹਾਂ ਸਟੈਟਿਕ ਪੋਰਸ਼ਨ ਦੇ ਵਿੱਚ ਕਰਨਾਟਕਾ ਵਾਈਲਡ ਸੈਂਚੁਰੀ ਡਿਸਕਸ ਕਰਾਂਗੇ। ਕਰਨਾਟਕਾ ਦੀਆਂ ਬਾਦਰਾ, ਦੰਦੇਲੀ, ਭੀਮਗੜ੍ਹ, चिचोली और थिमलापाड़ा। बादड़ा, दंदेली, भीमगढ़, चिंचोली और थिमलापाड़ा। केरला की गल करते हैं इदुकी नैशनल पार्क इदुकी रिवर भी इत्थे, इदुकी डैम है नयार, वायानाड, चिनार और मालाबार। इदुकी, नयार, वायानाड, चिनार और मालाबार। महाराष्ट्र की गल करते हैं कोन्या, तंसा, मलवान, ध्यानगंगा, नज़ीरा और नवेगांव, कोन्या, तंसा, मलवान, ध्यानगंगा और नज़ीरा। एमपी दे विच काफ़ी ज़्यादा नैशनल पार्क्स भी ने और काफ़ी ज़्यादा वाइल्ड लाइफ सेंचुरीज भी ने। इंपोर्टेंट बन गए ओरचा, पैन, बोरी, गांधी सागर, नौरादेही, कारेरा, सदर, सोन, घड़ियाल वाइल्ड लाइफ सेंचुरी इंपोर्टेंट बनेगी क्योंकि घड़ियाल स्टेट के नाम तो भी जाना जाता है। MP नूं याद रखना, ठीक है जी। हुण चलते हैं अज दे फर्स्ट न्यूज़ दे वल। फर्स्ट क्वेश्चन है कि विच डे इज़ ऑब्जर्वड एज इंटरनेशनल डे ऑफ एलिमिनेशन ऑफ वायलेंस अगेंस्ट वूमेन। काफ़ी ज़्यादा न्यूज़ ने अज दे सैशन दे विच भी। तो इंटरनेशनल डे ऑफ एलिमिनेशन ऑफ वायलेंस अगेंस्ट वूमेन, इस दिन नूं कदों ऑब्जर्व किया गया, किस दिन ऑब्जर्व किया गया? इस दिन नूं अज दे दिन ऑब्जर्व किया जा रहा है 25 नवंबर नूं, इंटरनेशनल डे ऑफ एलिमिनेशन ऑफ वायलेंस अगेंस्ट वूमेन, ठीक है जी, याद रखना। इस तो इलावा इस दिन की थीम रही है ऑरेंज द वर्ल्ड, फंड, रिस्पोंड, प्रीवेंट और कलैक्ट। ऑरेंज द वर्ल्ड, फंड, रिस्पोंड, प्रीवेंट और कलैक्ट। इस तो इलावा अगर गल करते हैं अज 25 नवंबर है, कल 26 नवंबर है। कल का दिन काफ़ी इंपोर्टेंट रहेगा। कल के दिन जो इंपोर्टेंट दिन है अपने देश के लिए वो आप कल डिस्कस करांगे। काफ़ी इंपोर्टेंट दिन है, कल के सैशन के डिस्कस करांगे, ठीक है जी। इस तो इलावा 21 नवंबर को अपने वर्ल्ड फिशरीज डे डिस्कस किया, 19 नूं टॉयलेट डे डिस्कस किया। सारे इंपोर्टेंट दिन याद रखने। 21 नूं ही टैलीविजन डे भी अपने वर्ल्ड टैलीविजन डे ऑब्जर्व किया गया, ठीक है। ये सारे डेज जिन्ने भी आप डे डिस्कस करते होंगे रिवीजन करते रहा करो, इंपोर्टेंट रहेंगे। नैक्सट चलते हैं। इस तो इलावा दो इंपोर्टेंट वीक्स ऑब्जर्व किए गए, एक 18 तो लैके 24 नवंबर, 18 तो लैके 24 नवंबर तक एंटी माइक्रोबल बैक्टीरिया वीक ऑब्जर्व किया गया WHO द्वारा। WHO वर्ल्ड हेल्थ ऑर्गेनाइजेशन द्वारा एंटी माइक्रो बैक्टीरियल वीक ऑब्जर्व किया गया। थीम रही यूनाइटेड टू प्रिजर्व एंटी माइक्रोबल्स, यूनाइटेड टू प्रिजर्व एंटी माइक्रोबियल्स। वर्ल्ड हेल्थ ऑर्गेनाइजेशन का हैडक्वार्टर जिनेवा स्विट्जरलैंड के विच है। टेड्रोस एडोनॉम इस दे हैड ने। एयरपोर्ट अथॉरिटी ऑफ इंडिया द्वारा एविएशन सेफ्टी अवेयरनेस वीक अनाउंस किया गया 23 नवंबर तो लैके 27 नवंबर तक। 23 नवंबर तो लैके 27 नवंबर तक एविएशन सेफ्टी अवेयरनेस वीक ऑब्जर्व किया जा रहा है। एयरपोर्ट अथॉरिटी ऑफ इंडिया के फैक्ट्स इंपोर्टेंट बन गए। न्यू दिल्ली के हैडक्वार्टर है, 1995 के विच बनाया गया सी और अरविंद सिंह इस दे हैड ने, ठीक है जी। कमेंट बॉक्स के NHAI के हैड दसने ने, ठीक है। जिस तरीके एयरपोर्ट अथॉरिटी ऑफ इंडिया के हैड ने अरविंद सिंह, NHAI नैशनल हाईवे अथॉरिटी ऑफ इंडिया के हैड कौन ने, ठीक है जी। नैक्सट है हु हैज़ बीन ऑनर्ड विद आदित्य विक्रम बिरला कलाशिखर पुरस्कार। आदित्य विक्रम बिरला कला शिखर पुरस्कार, आदित्य विक्रम बिरला कला शिखर पुरस्कार दिता गया सईद नजरुद्दीन शाह नूं। सईद नजरुद्दीन शाह काफ़ी अच्छे एक्टर ने। अगर आप गल करते हैं तो इन्हों आदित्य विक्रम बिरला कला शिखर पुरस्कार दिता गया। यह
ਅਵਾਰਡ ਹੈ ਜਿਹੜਾ ਇਹ 1996 ਦੇ ਤੋਂ ਬਾਅਦ ਲਗਾਤਾਰ ਦਿੱਤਾ ਜਾ ਰਿਹਾ ਹੈ ਸੰਗੀਤ ਕਲਾ ਕੇਂਦਰਾਂ ਦੁਆਰਾ। ਸੰਗੀਤ ਕਲਾ ਕੇਂਦਰ ਦੁਆਰਾ ਇਸ ਅਵਾਰਡ ਨੂੰ ਦਿੱਤਾ ਜਾਂਦਾ ਹੈ। ਸੰਗੀਤ ਕਲਾ ਕੇਂਦਰ ਦੀ ਗੱਲ ਕਰਦੇ ਹਾਂ ਤਾਂ ਇਹ 1973 ਦੇ ਵਿੱਚ ਬਣਾਈ ਗਈ ਸੀ। ਇਹ ਫੈਕਟਸ ਯਾਦ ਰੱਖਣੇ ਨੇ ਕਿ ਸੰਗੀਤ ਕਲਾ ਕੇਂਦਰ ਆਦਿਤਿਆ ਵਿਕਰਮ ਬਿਰਲਾ ਕਲਾ ਸ਼ਿਖਰ ਪੁਰਸਕਾਰ ਦਿੰਦੀ ਹੈ 1996 ਦੇ ਵਿੱਚ। ਬੇਸਿਕਲੀ ਜਿਹੜੇ ਬਿਰਲਾ ਗਰੁੱਪ ਦੇ ਫਾਊਂਡਰ ਨੇ ਆਦਿਤਿਆ ਵਿਕਰਮ ਬਿਰਲਾ, ਉਹਨਾਂ ਦੇ ਯਾਦ ਦੇ ਵਿੱਚ, ਉਹਨਾਂ ਦੀ ਮੈਮਰੀ ਦੇ ਵਿੱਚ ਇਸ ਅਵਾਰਡ ਨੂੰ ਦਿੱਤਾ ਜਾਂਦਾ ਹੈ। ਇਸ ਸਾਲ ਸ਼ਹੀਦ ਨਜ਼ਰੂਦੀਨ ਸ਼ਾਹ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਪਰੇਸ਼ ਰਾਵਲ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦੇ ਹੈੱਡ ਅਪੁਆਇੰਟ ਕੀਤਾ ਗਿਆ ਸੀ, ਚੇਅਰਮੈਨ ਅਪੁਆਇੰਟ ਕੀਤੇ ਗਏ ਸੀ। ਅਮਿਤਾਭ ਬੱਚਨ ਦੇ ਬਾਰੇ ਟਵਿੱਟਰ ਕੈਂਪੇਨ ਦੇ ਹੈੱਡ ਅਪੁਆਇੰਟ ਕੀਤੇ ਗਏ ਸੀ RBI ਦੇ, ਆਪਾਂ ਡਿਸਕਸ ਕਰ ਲਿਆ। ਇਸ ਤੋਂ ਇਲਾਵਾ ਇਹਨਾਂ ਨੂੰ ਐਮਾਜ਼ੋਨ ਦੁਆਰਾ ਐਲੈਕਸਾ ਦੇ ਲਈ ਵੌਇਸ ਡਿਜੀਟਲ ਅਸਿਸਟੈਂਟ ਦੇ ਰੂਪ ਦੇ ਵਿੱਚ ਯੂਜ਼ ਕੀਤਾ ਗਿਆ। ਇਹਨਾਂ ਦਾ ਵੌਇਸ ਯੂਜ਼ ਕੀਤੀ ਜਾਏਗੀ, ਠੀਕ ਹੈ। ਅੱਛਾ, ਇੱਕ ਯੂਪੀ ਦੇ ਸਾਰਨਾਥ ਦੇ ਵਿੱਚ ਵੀ ਇੱਕ ਇਵੈਂਟ ਹੋਏਗਾ, ਉਸ ਦੇ ਵਿੱਚ ਵੀ ਵੌਇਸ ਹੈ ਜਿਹੜੀ ਕਿਹਨਾਂ ਦੀ ਯੂਜ਼ ਕੀਤੀ ਜਾ ਰਹੀ ਹੈ? ਅਮਿਤਾਭ ਬੱਚਨ ਦੀ। ਸੋਨੂ ਸੂਦ ਨੂੰ ਬੇਸਿਕਲੀ ਏਸਰ ਦੇ ਬ੍ਰਾਂਡ ਐਂਬੈਸਡਰ ਨੇ। ਇਸ ਤੋਂ ਇਲਾਵਾ ਇਹਨਾਂ ਦੇ ਲਈ ਇੱਕ ਇੰਪੋਰਟੈਂਟ ਆਪਾਂ ਡਿਸਕਸ ਕੀਤਾ ਹੋਇਆ, ਇਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ SDG ਅਵਾਰਡ ਦਿੱਤਾ ਗਿਆ ਸੀ ਇਹਨਾਂ ਨੂੰ, ਹਿਊਮਨਟੇਰੀਅਨ ਅਵਾਰਡ, ਠੀਕ ਹੈ, ਸਸਟੇਨੇਬਲ ਡਿਵੈਲਪਮੈਂਟ ਗੋਲਸ ਦੁਆਰਾ। ਆਯੁਸ਼ਮਾਨ ਖੁਰਾਨਾ ਦੀ ਗੱਲ ਕਰਦੇ, ਇਹਨਾਂ ਨੂੰ ਯੂਨੀਸੈਫ ਦੇ ਲਈ ਐਡਵੋਕੇਟ ਐਂਬੈਸਡਰ ਅਪੁਆਇੰਟ ਕੀਤਾ ਗਿਆ ਸੀ, ਇਹ ਯਾਦ ਰੱਖਣਾ। ਨੈਕਸਟ ਹੈ, ਹੂ ਹੈਜ਼ ਵੌਨ ATP ਟੂਰ ਫਾਈਨਲਸ 2020 ਆਫ ਟੈਨਿਸ ਦਾ ATP ਟੂਰ ਫਾਈਨਲਸ 2020 ਕਿਸਨੇ ਜਿੱਤਿਆ? ਇਹ ਇਵੈਂਟ ਜਿੱਤ ਲਿਆ ਹੈ ਡੈਨੀਅਲ ਮੈਦਵਦੀਪ ਨੇ। ਟੈਨਿਸ ਦੇ ਬਾਰੇ ਆਪਾਂ 4 ਗ੍ਰੈਂਡ ਸਲੈਮ ਡਿਸਕਸ ਕਰਦੇ ਹੁੰਦੇ ਹਾਂ। 4 ਗ੍ਰੈਂਡ ਸਲੈਮਸ, ਸਭ ਤੋਂ ਪਹਿਲੇ ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ, ਵਿਬਲਡਨ ਓਪਨ ਔਰ US ਓਪਨ। ਇਹ 4 ਇਵੈਂਟਸ ਇੰਪੋਰਟੈਂਟ ਇਵੈਂਟਸ ਨੇ ਟੈਨਿਸ ਦੇ। ਇਹਨਾਂ ਤੋਂ ਇਲਾਵਾ ਅਗਰ ਕੋਈ ਇੰਪੋਰਟੈਂਟ ਇਵੈਂਟ ਹੈ ਟੈਨਿਸ ਦਾ ਤਾਂ ਸਭ ਤੋਂ ਜ਼ਿਆਦਾ ਕਿਹੜਾ ਹੈ? ATP ਟੂਰ ਫਾਈਨਲਸ ਕਿਸਨੇ ਜਿੱਤਿਆ ਹੈ? ਡੈਨੀਅਲ ਮੈਦਵਦੀਪ ਨੇ ਜਿੱਤਿਆ ਹੈ। ਰਸ਼ੀਆ ਤੋਂ ਬਿਲੋਂਗ ਕਰਦੇ ਨੇ, ਇਹ ਯਾਦ ਰੱਖਣਾ। ਕਿਹਨਾਂ ਨੂੰ ਹਰਾ ਕੇ ਜਿੱਤਿਆ? ਡੋਮਿਨਿਕ ਥੀਮ ਨੂੰ ਹਰਾ ਕੇ ਜਿੱਤਿਆ। ਡੋਮਿਨਿਕ ਥੀਮ ਆਸਟਰੀਆ ਤੋਂ ਬਿਲੋਂਗ ਕਰਦੇ ਨੇ, ਠੀਕ ਹੈ ਜੀ। ਮੈਨਸ ਦਾ ਇਵੈਂਟ ਹੁੰਦਾ ATP ਟਾਈਟਲ, ਔਰ ਕਿਹਨਾਂ ਦੁਆਰਾ ਜਿੱਤਿਆ ਗਿਆ? ਡੈਨੀਅਲ ਮੈਦਵਦੀਪ ਦੁਆਰਾ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਇਹਨਾਂ 4 ਗ੍ਰੈਂਡ ਸਲੈਮਸ ਦੀ, ਤਾਂ ਇਹਨਾਂ ਦੀ ਇੱਕ ਪੂਰੀ ਦੀ ਪੂਰੀ ਲਿਸਟ ਡਿਸਕਸ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ, ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਕਿ ਇਹਨਾਂ ਤਿੰਨਾਂ ਨੂੰ ਰੀਸੈਂਟਲੀ ਅਗਰ ਆਪਾਂ ਗੱਲ ਕਰਦੇ ਹਾਂ, ਇੱਕ ਦੇ ਨਾਮ ਤੋਂ ਤਾਂ ਕੋਇਨ ਚੱਲਦੇ, ਠੀਕ ਹੈ। ਕਿੰਨਾ ਦੇ ਨਾਮ ਤੋਂ ਕੋਇਨ ਚੱਲਦਾ? ਕਮੈਂਟ ਬਾਕਸ ਦੇ ਵਿੱਚ ਦੱਸਣਾ ਡਿਟੇਲਡ ਫਾਰਮ ਦੇ ਵਿੱਚ। ਇੱਕ ਨੇ ਰੀਸੈਂਟਲੀ ਹਜ਼ਾਰ ਮੈਚਿਸ ਜਿੱਤੇ ਨੇ, ਠੀਕ ਹੈ। ਇੱਕ ਨੂੰ ਰੀਸੈਂਟਲੀ 6ਵੀਂ ਵਾਰ ATP ਟੂਰ ਦੀ ਟਰੋਫੀ ਦਿੱਤੀ ਗਈ ਹੈ, ਠੀਕ ਹੈ। ਕਿੰਨਾਂ ਨੂੰ ਦਿੱਤੀ ਗਈ ਹੈ? ਪਲੱਸ ਤਿੰਨੋਂ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ? ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਲਿਸਟ ਡਿਸਕਸ ਕਰ ਲੈਂਦੇ ਹਾਂ। ਪੂਰੀ ਦੀ ਪੂਰੀ ਲਿਸਟ ਹੈ, ਚਾਹੋ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜਾਂ ਫਿਰ ਤੁਹਾਨੂੰ PDF ਦੇ ਵਿੱਚ ਇਹ ਲਿਸਟ ਪ੍ਰੋਵਾਈਡ ਕਰ ਦਿੱਤੀ ਜਾਏਗੀ। ਆਸਟ੍ਰੇਲੀਆ ਓਪਨ ਮੈਨ ਸਿੰਗਲ ਟਾਈਟਲ ਨੋਵਾਕ ਜੋਕੋਵਿਕ ਦੁਆਰਾ ਡੋਮਿਨਿਕ ਥੀਮ ਨੂੰ ਹਰਾ ਕੇ। ਵੂਮੈਨ ਸਿੰਗਲ ਟਾਈਟਲ ਸੋਫੀਆ ਕੈਨਿਨ ਦੁਆਰਾ ਗੈਬਰੀਨ ਮੁਗਰੂਜ਼ਾ ਨੂੰ ਹਰਾ ਕੇ। ਸਿਮਿਲਰਲੀ ਫ੍ਰੈਂਚ ਓਪਨ ਮੈਨ ਸਿੰਗਲ ਟਾਈਟਲ ਰਫਲ ਨਡਾਲ ਦੁਆਰਾ ਨੋਵਾਕ ਜੋਕੋਵਿਕ ਨੂੰ ਹਰਾ ਕੇ, ਔਰ ਵੂਮੈਨ ਸਿੰਗਲ ਟਾਈਟਲ ਈਗਾ ਸਵੈਟੇਕ ਦੁਆਰਾ ਸੋਫੀਆ ਕੈਨੀ ਨੂੰ ਹਰਾ ਕੇ ਜਿੱਤਿਆ ਗਿਆ ਸੀ। ਵਿਬਲਡਨ ਇਸ ਸਾਲ ਕੈਂਸਲ ਕਰ ਦਿੱਤਾ ਗਿਆ ਸੀ ਡਿਊ ਟੂ COVID-19। ਔਰ US ਓਪਨ ਦੀ ਗੱਲ ਕਰਦੇ ਹਾਂ ਤਾਂ ਮੈਨ ਸਿੰਗਲ ਟਾਈਟਲ ਡੋਮਿਨਿਕ ਥੀਮ ਨੇ ਜਿੱਤਿਆ ਸੀ ਅਲੈਗਜ਼ੈਂਡਰ ਜੈਵਰੇਵ ਨੂੰ ਹਰਾ ਕੇ, ਔਰ ਵੂਮੈਨ ਸਿੰਗਲ ਟਾਈਟਲ ਨਾਓਮੀ ਓਸਾਕਾ ਨੇ ਜਿੱਤਿਆ ਸੀ ਵਿਕਟੋਰੀਆ ਐਜ਼ਾਰੈਂਕਾ ਨੂੰ ਹਰਾ ਕੇ, ਠੀਕ ਹੈ ਜੀ। ਇਹਨਾਂ ਦੀ ਕੰਟਰੀਜ਼ ਇੰਪੋਰਟੈਂਟ ਬਣ ਗਈਆਂ, ਇਸ ਲਿਸਟ ਨੂੰ ਅੱਛੇ ਤਰੀਕੇ ਨਾਲ ਯਾਦ ਕਰ ਲਿਓ। ਨੈਕਸਟ ਹੈ ਇਕਨੋਮਿਕ ਇੰਟੈਲੀਜੈਂਸ ਯੂਨਿਟ, ਨਿਊਜ਼ ਇੰਪੋਰਟੈਂਟ ਹੈ। EIU ਇਕਨੋਮਿਕ ਇੰਟੈਲੀਜੈਂਸ ਯੂਨਿਟ ਦਾ ਹੈੱਡਕੁਆਰਟਰ ਲੰਡਨ ਦੇ ਵਿੱਚ ਹੈ। ਹੈੱਡਕੁਆਰਟਰ ਕਿੱਥੇ ਹੈ? ਲੰਡਨ ਦੇ ਵਿੱਚ ਹੈ, ਇਹ ਯਾਦ ਰੱਖਣਾ। ਇਹਨਾਂ ਦੁਆਰਾ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਬਾਇਐਨੂਅਲ, ਸਾਲ ਦੇ ਵਿੱਚ 2 ਵਾਰ, ਵਰਲਡ ਵਾਈਡ ਕੋਸਟ ਆਫ ਲਿਵਿੰਗ ਰਿਪੋਰਟ, ਜਿਸ ਦੇ ਵਿੱਚ ਵਰਲਡ ਦੀ ਮੋਸਟ ਐਕਸਪੈਂਸਿਵ ਸਿਟੀਜ਼ ਜਾਰੀ ਕੀਤੀ ਜਾਂਦੇ ਨੇ। 133 ਸਿਟੀਜ਼ ਦੀ ਰਿਪੋਰਟ ਦੇ ਵਿੱਚੋਂ ਟੌਪ ਕੀਤਾ ਗਿਆ ਹਾਂਗਕਾਂਗ ਦੁਆਰਾ। 133 ਸਿਟੀਜ਼ ਦੀ ਲਿਸਟ ਦੇ ਵਿੱਚੋਂ ਟੌਪ ਕੀਤਾ ਗਿਆ ਹਾਂਗਕਾਂਗ ਦੁਆਰਾ। ਹਾਂਗਕਾਂਗ ਚਾਈਨਾ ਦੀ ਸਿਟੀ ਦੁਆਰਾ ਟੌਪ ਕੀਤਾ ਗਿਆ। ਦੂਸਰੇ ਨੰਬਰ 'ਤੇ ਪੈਰਿਸ ਫਰਾਂਸ ਰਹੀ ਹੈ, ਔਰ ਤੀਸਰੇ ਨੰਬਰ ਦੀ ਗੱਲ ਕਰਦੇ ਹਾਂ ਜ਼ੁਰੀਚ ਸਵਿਟਜ਼ਰਲੈਂਡ ਰਹੀ ਹੈ। ਸਵਿਟਜ਼ਰਲੈਂਡ ਤੀਸਰੇ ਨੰਬਰ 'ਤੇ ਰਿਹਾ, ਠੀਕ ਹੈ ਜੀ। ਮੁੰਬਈ ਦੀ ਗੱਲ ਕਰਦੇ ਹਾਂ ਇੰਡੀਅਨ ਸਿਟੀ, ਇਸ ਦੇ ਵਿੱਚ ਇਸ ਲਿਸਟ ਦੇ ਵਿੱਚ 60ਵੇਂ ਨੰਬਰ 'ਤੇ ਰਹੀ ਹੈ, 60th ਨੰਬਰ 'ਤੇ ਰਹੀ ਹੈ ਮੁੰਬਈ
और ਡੈਮੈਸਕਸ ਇਸ ਦੇ ਵਿੱਚ ਲਾਸਟ ਨੰਬਰ ਤੇ ਰਹੀ ਹੈ। ਡੈਮੈਸਕਸ ਸੀਰੀਆ ਦੀ ਇੱਕ ਸਿਟੀ ਹੈ, ਸੀਰੀਆ ਦੀ ਸਿਟੀ ਹੈ ਡੈਮੈਸਕਸ, ਇਹ ਲਾਸਟ ਨੰਬਰ ਤੇ ਰਹੀ ਹੈ। ਠੀਕ ਹੈ, ਇਸ ਤੋਂ ਇਲਾਵਾ ਤਾਸ਼ਕੰਦ ਉਜ਼ਬੇਕਿਸਤਾਨ ਵੀ ਸੀਗੀ ਲਾਸਟ ਸਿਟੀਜ਼ ਦੇ ਵਿੱਚੋਂ। ਔਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਹੋਰ ਵੀ ਕਾफ़ी ਸਿਟੀਜ਼ ਸੀਗੀਆਂ। ਟੋਟਲ 133 ਸਿਟੀਜ਼ ਦੀ ਲਿਸਟ ਜਾਰੀ ਕੀਤੀ ਗਈ ਹੈ। ਠੀਕ ਹੈ, ਟॉप याद रखनी है हांगकॉन्ग, पेरिस, ज्यूरिच, मुंबई याद रखनी है 60th नंबर पे और डेमेस्कस सीरिया लास्ट नंबर पे। नेक्स्ट है आईसीसी इंट्रोड्यूसेस न्यू रूल्स एंड सेट्स मिनिमम एज लिमिट टू प्ले इंटरनेशनल क्रिकेट। इंटरस्टिंग न्यूज़ है कि आईसीसी द्वारा इंटरनेशनल क्रिकेट काउंसिल है जी दुबई के हैडकुआटर है 1909 ਦੇ ਵਿੱਚ ਬਣਾਈ ਗਈ ਸੀ। उस टाइम इसका नाम कुछ होर ਹੁੰਦਾ ਸੀ, बाद ਦੇ ਵਿੱਚ इसका नाम चेंज करके आईसीसी किया गया सी। आई थिंक 1960s ਦੇ ਵਿੱਚ इसका नाम चेंज किया गया सी। ठीक है, इंपोर्टेंट बनेगा इसकी ਦੁਆਰਾ ਅਨਾਊਂਸ ਕੀਤਾ ਗਿਆ ਹੈ कि मिनिमम एज लिमिट है जी इंटरनेशनल क्रिकेट खेलने की कितनी कर दी गई है 15 साल। ठीक है, 15 साल इसकी मिनिमम एज कर दी गई है। इस तो इलावा मनु साहने का नाम याद रखना, CEO ने आईसीसी के दुबई के हैडकुआटर है। ठीक है जी, नैक्सट है विच ऑफ द फॉलोइंग IIT ਕਿਹੜੀ IIT द्वारा डेवलप किया गया एक सोलर पावर्ड अनमैंड सर्वे क्राफ्ट टू इंडियन पोर्ट्स एंड इनलैंड वाटरवेज। काफ़ी इंपॉर्टेंट है कि इनलैंड वाटरवेज और पोर्ट्स के लिए अनमैंड सर्वे क्राफ्ट सर्वे करने के लिए कि तूफान वगैरह आ जाते हैं तो जोड़े जान मान का खतरा तो रोकने के लिए तो अनमैंड सर्वे क्राफ्ट बनाए गए हैं। उस तो इंपॉर्टेंट कि सोलर पावर्ड अनमैंड सर्वे क्राफ्ट बनाए गए हैं किहड़ी IIT द्वारा, किहड़ी IIT द्वारा इसनूं बनाया गया मद्रास द्वारा, IIT मद्रास द्वारा। और इसके लिए टैसट भी कर लिया गया, सक्सैसफुली टैसट किया गया कामाराजर पोर्ट कि जी कामाराजर पोर्ट है चेन्नई दे विच, IIT मद्रास चेन्नई के नज़दीक है तो चेन्नई दे विच कामाराजर पोर्ट है दे विच इसनूं सक्सैसफुली टैसट भी किया गया। ठीक है जी, इस तो इलावा बाकी इंपोर्टेंट न्यूज़ की अगर आप गल करते हैं तो IIT मद्रास द्वारा NDRF की रैंकिंग आप कल भी डिस्कस की सी कि इस टॉप किया गया सी। मैਡੀਕੈਬ फैसिलिटी भी IIT मद्रास द्वारा डेवलप की गई सी। जोड़े पोर्टेबल हॉस्पिटल से मैਡੀਕੈਬ डेवलप किए गए सी IIT मद्रास द्वारा। गुवाहाटी द्वारा फ्लाइजी मोबाइल एप्लीकेशन की अगर आप गल करते हैं डेवलप की गई। ठीक है, IIT बॉम्बे की अगर आप गल करते हैं तो आईस सिंक मोबाइल एप्लीकेशन आईस सिंक डिजिटल स्टैथोस्कोप डेवलप किया गया। गांधीनगर द्वारा प्रोजेक्ट आईसैक लॉन्च किया गया सी। इस तो इलावा चैस्ट एक्सरे द्वारा कोविड-19 डिटेक्ट करने के लिए मैथड्स भी डेवलप किया गया सी IIT गांधीनगर द्वारा। IIT रुड़की की गल करते हैं तो प्राण वायु वेंटीलेटर, सब तो पहले प्राण वायु वेंटीलेटर डेवलप किया गया सी IIT रुड़की द्वारा। ठीक है जी, नेक्स्ट है हु हैज़ इनोग्रेटेड। अच्छा, इस तो इलावा IIT रुड़की द्वारा आई थिंक यूनिसेवियर भी IIT रुड़की द्वारा ही बनाया गया सी। हु हैज़ इनोग्रेटेड अ मोबाइल कोविड-19 लैब एट इंडियन काउंसिल ऑफ मैडिकल रिसर्च ICMR ने स्पाइस हेल्थ के नाल मिलके एक मोबाइल कोविड-19 लैब बनाई। ठीक है, इस लैब नूं इनोग्रेट किन्ना ने किया? इनोग्रेट किया गया अमित शाह द्वारा। अमित शाह जो कि होम मिनिस्टर ने गांधीनगर गुजरात तो लोक सभा MP ने। हालांकि इस न्यूज़ के कन्फ्यूजन हो सकती है क्योंकि ICMR एक मैडिकल रिसर्च कंपनी है। इस तो इलावा मोबाइल लैब है जी कोविड-19 ये भी मैडिकल के फील्ड नाल रिलेटेड है, पर इनोग्रेट इसनूं होम मिनिस्टर द्वारा किया गया। ठीक है, क्वेश्चन इतने कन्फ्यूजन कर सकते कि डॉक्टर हर्षवर्धन जो कि हेल्थ मिनिस्टर ने हो सकता है उन्होंने द्वारा इनोग्रेशन की गई होगी, पर नहीं, इनोग्रेशन की गई है अमित शाह द्वारा, होम मिनिस्टर गांधीनगर गुजरात। नरेंद्र मोदी प्राइम मिनिस्टर ने वाराणसी UP तो लोक सभा MP ने। नितिन गडकरी रोड ट्रांसपोर्ट और हाईवेज मिनिस्ट्री इन्होंने लवे। इस तो इलावा इन्होंने लवे रोड ट्रांसपोर्ट और हाईवेज मिनिस्ट्री तो इलावा MSME मिनिस्ट्री है नागपुर महाराष्ट्र तो लोक सभा MP ने। रमेश पोखरियाल निशंक एजुकेशन मिनिस्टर ने हरिद्वार उत्तराखंड तो लोक सभा MP। और डॉक्टर हर्षवर्धन हेल्थ मिनिस्ट्री, अर्थ साइंस मिनिस्ट्री और साइंस एंड टेक्नोलॉजी मिनिस्ट्री इन्होंने भी। ठीक है, इन्हें रिलेटेड कुछ न्यूज़ ने डिस्कस कर दिया। सब तो पहले प्राइम मिनिस्टर नरेंद्र मोदी द्वारा इनोग्रेट किया गया मल्टी स्टोरे
फॉर MPs एट डॉक्टर BD मार्ग इन न्यू दिल्ली। बेसिकली ਜਿਹੜੇ MPs ने MPs ਇੱਥੇ मध्य प्रदेश नहीं है, मैंबर ऑफ पार्लियामेंट ने ਜਿਹੜੇ मैंबर ऑफ पार्लियामेंट्स ने, ठीक है, लोक जिन्हें आप डिस्कस करते हैं कि लोक सभा MP राज्य सभा MP, तो इन्होंने MPs के लिए फ्लैट्स बनाए गए हैं, मल्टी स्टोरे फ्लैट्स, यानी कि ਜਿਹੜੇ MPs डिफरेंट स्टेट्स तो सिलैक्ट करके आते हैं तो उन्होंने फ्लैट्स प्रोवाइड किए जाएंगे। तकरीबन 76 फ्लैट्स ने जो कि एक पुरानी बिल्डिंग्स तो बनाए गए हैं। तो उन्होंने 76 फ्लैट्स को इनोग्रेट किया गया प्राइम मिनिस्टर नरेंद्र मोदी द्वारा, ठीक है जी। दिल्ली के डॉक्टर BD मार्ग के इसनों इनोग्रेट किया गया। नितिन गडकरी की गल करते हैं तो रोड ट्रांसपोर्ट मिनिस्ट्री एज ए रोड ट्रांसपोर्ट मिनिस्ट्री इन्होंने अनाउंस किया है कि चार्जिंग कियोस्क लगाए जाएंगे। जी आप डिस्कस की कि चार्जिंग की गल, तो जोड़े इलैक्ट्रिक व्हीकल्स ने उन्होंने चार्ज करने के लिए चार्जिंग कियोस्क लगाए जाएंगे हर एक पेट्रोल पंप पर। इंडिया के तकरीबन 70,000 अगर आप गल कर लीए या 69,000 पेट्रोल पंप की गल करते हैं, इत्थे लगाए जाएंगे चार्जिंग कियोस्क। इस तो इलावा रमेश पोखरियाल निशांक जो कि एजुकेशन मिनिस्टर ने, इन्होंने अटल अकैडमी फैकल्टी डेवलपमेंट प्रोग्राम लॉन्च किए हैं। अटल अकैडमी फैकल्टी डेवलपमेंट प्रोग्राम या कह सकते हैं अटल अकैडमी FDP, शॉर्ट फॉर्म के इसनों अटल अकैडमी FDP कहा जा रहा है। तो अटल की फुल फॉर्म है AICTC ट्रेनिंग एंड लर्निंग अकैडमी। फैकल्टी डेवलपमेंट प्रोग्राम लॉन्च किए हैं एजुकेशन मिनिस्टर रमेश पोखरियाल निशांक द्वारा। हरिद्वार उत्तराखंड तो लोक सभा MP ने यह रखने। नेक्स्ट है हु हैज़ बीन गिवन 21st लाल बहादुर शास्त्री नेशनल अवार्ड फॉर एक्सीलेंस इन फिलैंथ्रोपिक वर्क बाय वाइस प्रेसिडेंट M वेंकैया नायडू। इंडिया के वाइस प्रेसिडेंट कौन ने? M वेंकैया नायडू ने। फिलैंथ्रोपिक वर्क की आप गल करते हैं, रिसेंटली आप डिस्कस किया 13 अक्तूबर को नैशनल फिलैंथ्रोपी डे ऑबजर्व किया गया सी। तो उही है फिलैंथ्रोपी कि जी पोस्टल स्टैंप्स होंगे ने उन्होंने स्टडी में कहा जाता है फिलैंथ्रोपी, ठीक है। तो उसके लिए 21st लाल बहादुर शास्त्री नैशनल अवार्ड दिता गया वाइस प्रेसिडेंट द्वारा सुधा मूर्ति, ठीक है जी, याद रखने। इस तो इलावा अगर आप बाकी ऑप्शंस की गल करते हैं तो काफ़ी इंटरस्टिंग अवार्ड्स ने आप पहले डिस्कस किए हुए हैं। फॉर एग्जाम्पल हरिहरम केरला के एक डायरैक्टर ने, मलयालम मूवी डायरैक्टर ने, इन्हों केरला का हाईएस्ट अवार्ड दिता गया सी डायरैक्शन मूवीज़ के लिए, फिल्म्स के फील्ड के या एंटरटेनमेंट के फील्ड के जोड़ा हाईएस्ट ऑनर है केरला का JC डैनियल अवार्ड किन्होंने दिता गया? हरिहरम। डॉक्टर सुशांत कार नू अवार्ड दिता गया सी लैक्चर अवार्ड AN बहादुरी मैमोरियल लैक्चर अवार्ड, AN बहादुरी मैमोरियल लैक्चर अवार्ड डॉक्टर सुशांत कार नू साइंटिस्ट ने अवार्ड दिता गया। KL राहुल और वेदा कृष्णामूर्ति क्रिकेटर्स ने, KL राहुल मैन क्रिकेटर ने, वेदा कृष्णामूर्ति वूमेन क्रिकेटर ने, दोनों कर्नाटका सरकार द्वारा अवार्ड दिता गया सी एकलव्य अवार्ड दिता गया KL राहुल और वेदा कृष्णामूर्ति, ठीक है जी। इस तो इलावा एक होर इंपोर्टेंट अवार्ड है कर्नाटका गवर्नमेंट रिलेटेड, वो भी आप डिस्कस करांगे। नेक्स्ट क्वेश्चन है कि रविशंकर प्रसाद IT मिनिस्टर ने। रविशंकर प्रसाद की गल करते हैं, लॉ एंड जस्टिस मिनिस्ट्री इन्होंने लवे, ठीक है, IT मिनिस्ट्री भी इन्होंने लवे, कम्युनिकेशन एंड इलैक्ट्रॉनिक्स की मिनिस्ट्री भी इन्होंने लवे, ठीक है। 3 मिनिस्ट्री इंपोर्टेंट होल्ड कर रहे हैं पटना बिहार तो लोक सभा MP ने, ठीक है जी। इन्होंने की कराया उमंग एप्लीकेशन का इंटरनेशनल वर्जन लॉन्च किया, उमंग एप्लीकेशन का इंटरनेशनल वर्जन लॉन्च किया। और जी उमंग एप्लीकेशन है, ये उमंग एप्लीकेशन किन्नी लैंग्वेजिज के पाई जाती है। इस तरीके के क्वेश्चन स्टैटिक फॉर्म के बनाए जाते हैं, काफ़ी इंटरस्टिंग क्वेश्चन है। तो 13 लैंग्वेजिज के इस एप्लीकेशन को पाया जाता है, ठीक है। उमंग एप्लीकेशन इंटरस्टिंग एप्लीकेशन है, तुम चाहो तो इंस्टॉल कर सकते हो। इंडियन गौरमेंट द्वारा इसनों 2017 के लॉन्च किया गया सी। बेसिकली इसकी जी 3rd एनिवर्सरी ऑबजर्व की गई है, ठीक है। रविशंकर प्रसाद ने इस एप्लीकेशन को लॉन्च किया इंटरनेशनल वर्जन का, ठीक है। इस एप्लीकेशन को नवंबर 2017 के लॉन्च किया गया सी। 13 लैंग्वेजिज के पाई जाती है।
ਇਸ ਤੋਂ ਇਲਾਵਾ ਫੁੱਲ ਫਾਰਮ ਇੰਪੋਰਟੈਂਟ ਬਣੇਗੀ। ਕੁਐਸਚਨ ਇਸ ਤਰੀਕੇ ਨਾਲ ਵੀ ਪੁੱਛੇ ਜਾਂਦੇ ਕਿ ਉਮੰਗ ਦੇ ਵਿੱਚ ਐਨ ਕਿਸ ਦੇ ਲਈ ਸਟੈਂਡ ਕਰਦਾ ਹੈ, ਯੂ ਕਿਸ ਦੇ ਲਈ ਸਟੈਂਡ ਕਰਦਾ ਹੈ, ਠੀਕ ਹੈ। ਤਾਂ ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫॉर ਨਿਊ ਏਜ ਗਵਰਨੈਂਸ, ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫॉर ਨਿਊ ਏਜ ਗਵਰਨੈਂਸ। ਇਸ ਐਪਲੀਕੇਸ਼ਨ ਨੂੰ ਐਕਸਟਰਨਲ ਮਿਨਿਸਟਰੀ ਦੇ ਕੋਆਰਡੀਨੇਸ਼ਨ ਦੇ ਨਾਲ USA, UK, ਕੈਨੇਡਾ, ਆਸਟ੍ਰੇਲੀਆ, UAE, ਨੀਦਰਲੈਂਡ, ਸਿੰਗਾਪੁਰ, ਆਸਟ੍ਰੇਲੀਆ 2 ਵਾਰ ਆ ਗਿਆ, ਔਰ ਨਿਊਜ਼ੀਲੈਂਡ ਦੇ ਵਿੱਚ ਲਾਂਚ ਕੀਤਾ ਗਿਆ, ਠੀਕ ਹੈ। USA, UK, ਕੈਨੇਡਾ, ਆਸਟ੍ਰੇਲੀਆ, UAE, ਨੀਦਰਲੈਂਡ, ਸਿੰਗਾਪੁਰ ਔਰ ਨਿਊਜ਼ੀਲੈਂਡ, ਠੀਕ ਹੈ ਜੀ। ਇਹਨਾਂ 8 ਕੰਟਰੀਜ਼ ਦੇ ਵਿੱਚ ਇਨੋਗਰੇਟ ਕੀਤਾ ਗਿਆ। ਨੈਕਸਟ ਹੈ ਵਿਚ ਕੰਟਰੀ ਹੈਜ਼ ਫਾਰਮਲੀ ਵਿਡਰਾਲ ਫਰੋਮ ਓਪਨ ਸਕਾਈਜ਼ ਟ੍ਰੀਟੀ। ਓਪਨ ਸਕਾਈਜ਼ ਟ੍ਰੀਟੀ ਦੀ ਗੱਲ ਕਰਦੇ ਹਾਂ ਤਾਂ ਓਪਨ ਸਕਾਈ ਟ੍ਰੀਟੀ ਦੇ ਵਿੱਚੋਂ ਕਿਹੜੀ ਕੰਟਰੀ ਨੇ ਆਪਣੇ ਆਪ ਨੂੰ ਬਾਹਰ ਕਰ ਲਿਆ, ਤਾਂ ਕਿਹੜੀ ਕੰਟਰੀ ਨੇ ਫਾਰਮਲੀ ਬਾਹਰ ਕਰ ਲਿਆ? USA ਦੁਆਰਾ। ਆਪਾਂ ਡਿਸਕਸ ਕੀਤਾ ਹੋਇਆ ਕਾਫੀ ਵਾਰ ਕਿ USA ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੁਆਰਾ, ਜਦੋਂ ਡੋਨਲਡ ਟਰੰਪ 45ਵੇਂ ਪ੍ਰੈਜ਼ੀਡੈਂਟ ਸੀਗੇ, ਇਹਨਾਂ ਦੁਆਰਾ ਅਨਾਊਂਸਮੈਂਟ ਕੀਤੀਆਂ ਗਈਆਂ ਸੀ ਡਿਫਰੈਂਟ ਅਨਾਊਂਸਮੈਂਟ ਕਿ ਪੈਰਿਸ ਐਗਰੀਮੈਂਟ ਦੇ ਵਿੱਚੋਂ ਇਹ ਬਾਹਰ ਹੋਣਗੇ, ਪੈਰਿਸ ਕਲਾਈਮੇਟ ਐਗਰੀਮੈਂਟ, ਓਪਨ ਸਕਾਈਜ਼ ਐਗਰੀਮੈਂਟ ਦੇ ਵਿੱਚੋਂ ਬਾਹਰ ਹੋਣਗੇ, WHO ਦੀ ਫੰਡਿੰਗ ਅਸੀਂ ਬੰਦ ਕਰ ਦਾਂਗੇ, ਪਲੱਸ WHO ਤੋਂ ਵੀ ਬਾਹਰ ਹੋ ਜਾਵਾਂਗੇ, ਠੀਕ ਹੈ ਜੀ। ਇਸ ਤਰੀਕੇ ਦੇ ਡਿਫਰੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਵਿੱਚੋਂ ਬਾਹਰ ਹੋਣ ਦੀ ਗੱਲ USA ਦੁਆਰਾ ਕੀਤੀ ਗਈ ਸੀ, ਠੀਕ ਹੈ। ਤਾਂ ਫਾਈਨਲੀ ਪੈਰਿਸ ਐਗਰੀਮੈਂਟ ਦੇ ਵਿੱਚੋਂ ਬਾਹਰ ਹੋ ਚੁੱਕਿਆ USA, ਠੀਕ ਹੈ। ਉਸ ਤੋਂ ਬਾਅਦ ਹੁਣ ਓਪਨ ਸਕਾਈਜ਼ ਟ੍ਰੀਟੀ ਦੇ ਵਿੱਚੋਂ ਵੀ ਬਾਹਰ ਹੋ ਚੁੱਕਿਆ, ਠੀਕ ਹੈ ਜੀ। WHO ਦੇ ਵਿੱਚੋਂ ਹਜੇ ਬਾਹਰ ਨਹੀਂ ਹੋਇਆ, 2021 ਦੇ ਵਿੱਚ ਅਨਾਊਂਸ ਕੀਤਾ ਗਿਆ ਸੀ। ਪਲੱਸ ਅਗਰ ਆਪਾਂ ਗੱਲ ਕਰਦੇ ਹਾਂ ਹੁਣ ਦੇ ਪ੍ਰੈਜ਼ੀਡੈਂਟ ਦੀ, ਜੋ ਬਿਡਨ ਦੀ, ਤਾਂ ਜੋ ਬਿਡਨ ਦੁਆਰਾ ਪੈਰਿਸ ਐਗਰੀਮੈਂਟ ਦੇ ਲਈ ਦੁਬਾਰਾ ਬਿਆਨ ਦਿੱਤਾ ਗਿਆ ਕਿ ਸ਼ਾਇਦ USA ਦੁਬਾਰਾ ਇਸ ਦੇ ਵਿੱਚ ਜੁੜੇਗਾ, ਠੀਕ ਹੈ। ਹਜੇ ਬਿਆਨ ਦਿੱਤਾ ਗਿਆ, ਫਾਈਨਲੀ ਜੁੜਿਆ ਨਹੀਂ ਹੈ, ਠੀਕ ਹੈ। ਇਸ ਤੋਂ ਇਲਾਵਾ WHO ਦੇ ਲਈ ਹਜੇ ਕੋਈ ਫਾਈਨਲੀ ਕੀ ਕਹਿੰਦੇ ਸਟੇਟਮੈਂਟ ਨਹੀਂ ਆਈ ਹੈ। ਅਗਰ ਕੋਈ ਸਟੇਟਮੈਂਟ ਆਏਗੀ ਆਪਾਂ ਡਿਸਕਸ ਕਰ ਲਾਂਗੇ। ਤਾਂ ਓਪਨ ਸਕਾਈਜ਼ ਟ੍ਰੀਟੀ ਹੈ ਜਿਹੜੀ, ਇਹ ਕੀ ਚੀਜ਼ ਹੈ? ਓਪਨ ਸਕਾਈਜ਼ ਟ੍ਰੀਟੀ ਦੇ ਵਿੱਚ ਕੀ ਹੁੰਦਾ ਹੈ ਕਿ ਕਿਸੇ ਵੀ ਕੰਟਰੀ ਦਾ ਜਿਹੜੀ ਇਸ ਦਾ ਮੈਂਬਰ ਹੈ ਉਹ ਇੱਕ ਦੂਜੇ ਦੀ ਕੰਟਰੀ ਦੇ ਵਿੱਚ ਡਰੋਨ ਯੂਜ਼ ਕਰ ਸਕਦੇ ਨੇ, ਡਰੋਨਸ ਲੈ ਕੇ ਜਾ ਸਕਦੇ ਨੇ, ਔਰ ਉਹਨਾਂ ਦੇ ਉੱਤੇ ਕੀ ਕਹਿ ਸਕਦੇ ਸਰਵੇਲੈਂਸ ਕਰ ਸਕਦੇ ਨੇ, ਜਾਂ ਉਹਨਾਂ ਦੇ ਉੱਤੇ ਜਾਸੂਸੀ ਕਰ ਸਕਦੇ ਨੇ ਡਰੋਨਸ ਦੇ ਨਾਲ, ਠੀਕ ਹੈ। ਤਾਂ ਇੰਡੀਆ ਕੀ ਇਸ ਦਾ ਮੈਂਬਰ ਹੈ? ਨਹੀਂ, ਇੰਡੀਆ ਓਪਨ ਸਕਾਈਜ਼ ਟ੍ਰੀਟੀ ਦਾ ਮੈਂਬਰ ਨਹੀਂ ਹੈ, ਠੀਕ ਹੈ ਜੀ। ਇਸ ਕਰਕੇ ਕੋਈ ਵੀ ਡਰੋਨ ਇੰਡੀਆ ਦੇ ਵਿੱਚ ਨਹੀਂ ਆ ਸਕਦਾ ਕਿਸੇ ਹੋਰ ਕੰਟਰੀ ਦਾ ਸਰਵੇਲੈਂਸ ਕਰਨ ਦੇ ਲਈ। ਦੂਸਰੀ ਗੱਲ, ਓਪਨ ਸਕਾਈ ਟ੍ਰੀਟੀ ਦੇ ਵਿੱਚ ਕਿੰਨੇ ਮੈਂਬਰ ਕੰਟਰੀਜ਼ ਨੇ, ਇਹ ਪੁੱਛਿਆ ਜਾਂਦਾ ਹੈ, ਠੀਕ ਹੈ। ਉਹ ਵੀ ਡਿਸਕਸ ਕਰਦੇ ਹਾਂ। ਇਸ ਤੋਂ ਇਲਾਵਾ ਇੰਪੋਰਟੈਂਟ ਨਿਊਜ਼ ਨੇ ਇਹਨਾਂ ਕੰਟਰੀਜ਼ ਦੇ ਰਿਲੇਟਡ, ਉਹ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲੇ USA ਰਿਲੇਟਡ 2 ਨਿਊਜ਼ ਸੀ, ਦੋਨੋਂ ਡਿਸਕਸ ਕਰ ਰਹੇ ਹਾਂ ਕਿ ਓਪਨ ਸਕਾਈਜ਼ ਟ੍ਰੀਟੀ ਤੋਂ USA ਬਾਹਰ ਹੋਇਆ। ਹੁਣ ਇਸ ਦੇ ਵਿੱਚ 34 ਮੈਂਬਰ ਕੰਟਰੀਜ਼ ਨੇ, USA ਸਮੇਤ ਇਸ ਦੇ ਵਿੱਚ 35 ਮੈਂਬਰ ਕੰਟਰੀਜ਼ ਸੀਗੀਆਂ। ਤਾਂ ਇਸ ਦੇ ਬਾਹਰ ਹੋਣ ਦੇ ਨਾਲ ਓਪਨ ਸਕਾਈਜ਼ ਟ੍ਰੀਟੀ ਦੇ ਵਿੱਚ 34 ਮੈਂਬਰ ਕੰਟਰੀਜ਼ ਨੇ। ਰਸ਼ੀਆ ਵੀ ਇਸ ਦਾ ਮੈਂਬਰ ਹੈ, ਰਸ਼ੀਆ ਕਰਕੇ ਹੀ USA ਨੇ ਇਸ ਦੇ ਵਿੱਚੋਂ ਐਗਜ਼ਿਟ ਕੀਤਾ ਹੈ, ਯਾਦ ਰੱਖਣਾ। ਨੈਕਸਟ ਹੈ USA ਦੀ ਸਪੇਸ ਏਜੰਸੀ ਨਾਸਾ। USA ਦੀ ਸਪੇਸ ਏਜੰਸੀ ਹੈ ਜਿਹੜੀ ਨਾਸਾ ਹੈ, ਔਰ ਯੂਰੋਪੀਅਨ ਸਪੇਸ ਏਜੰਸੀ ESA ਦੁਆਰਾ ਮਿਲ ਕੇ ਇੱਕ ਸੈਟੇਲਾਈਟ ਲਾਂਚ ਕੀਤੀ ਗਈ ਹੈ। ਇੱਕ ਸੈਟੇਲਾਈਟ ਲਾਂਚ ਕੀਤੀ ਗਈ ਹੈ ਸੀ ਲੈਵਲ ਨੂੰ ਸਟੱਡੀ ਕਰਨ ਦੇ ਲਈ, ਮੋਨੀਟਰ ਕਰਨ ਦੇ ਲਈ, ਵੱਧਦੇ ਸੀ ਲੈਵਲ ਨੂੰ ਮੋਨੀਟਰ ਕਰਨ ਦੇ ਲਈ, ਠੀਕ ਹੈ। ਇੰਪੋਰਟੈਂਟ ਬਣੇਗਾ ਕਿ ਇਸ ਨੂੰ ਭੇਜਿਆ ਗਿਆ SpaceX ਦੁਆਰਾ, SpaceX ਦੇ ਫੈਲਕਨ 9 ਰੌਕਟ ਦੁਆਰਾ ਇਸ ਨੂੰ ਭੇਜਿਆ ਗਿਆ, ਠੀਕ ਹੈ। ਸੈਟੇਲਾਈਟ ਦਾ ਨਾਮ ਥੋੜਾ ਟ੍ਰਿਕੀ ਹੈ, ਕੋਪਰਨਿਕਸ ਸੈਂਟੀਨਲ-6 ਮਾਈਕਲ ਫਰੈਲਚ ਸੈਟੇਲਾਈਟ, ਠੀਕ ਹੈ ਜੀ। ਇਸ ਤੋਂ ਇਲਾਵਾ ਮਡਾਗਾਸਕਰ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਔਰ ਮਡਾਗਾਸਕਰ ਦੁਆਰਾ ਐਗਰੀਮੈਂਟ ਸਾਈਨ ਕੀਤੇ ਗਏ ਨੇ, ਠੀਕ ਹੈ ਜੀ। ਇੰਡੀਆ ਔਰ ਮਡਾਗਾਸਕਰ ਦੇ ਵਿੱਚ ਐਗਰੀਮੈਂਟ ਸਾਈਨ ਹੋਏ ਨੇ। ਤਾਂ ਮਡਾਗਾਸਕਰ ਦੇ ਵਿੱਚ ਬਾਇਲੇਟਰਲ ਟਾਈਜ਼ ਨੂੰ ਬੂਸਟ ਕਰਨ ਦੇ ਲਈ ਜਿਹੜੇ ਐਗਰੀਮੈਂਟਸ ਹੋਏ ਨੇ, ਉਹਨਾਂ ਦੇ ਵਿੱਚ ਇੱਕ ਇੰਪੋਰਟੈਂਟ ਹੈ ਕਿ ਬਾਬਾਥਰੋਨ ਇੱਕ ਰੇਡੀਓ ਥੈਰੇਪੀ ਮਸ਼ੀਨ ਹੈ ਜਿਸ ਨੂੰ ਇੰਡੀਆ ਨੇ ਬਣਾਇਆ, ਇੰਡੀਆ ਨੇ ਡਿਵੈਲਪ ਕੀਤਾ ਔਰ ਮਡਾਗਾਸਕਰ ਨੂੰ ਪ੍ਰੋਵਾਈਡ ਕੀਤਾ ਗਿਆ। ਮਡਾਗਾਸਕਰ ਦੀ ਜਿਹੜੀ ਕੈਪੀਟਲ ਹੈ ਐਂਟੈਨਾਰੀਵੋ, ਇੱਥੇ ਇਹ ਮਸ਼ੀਨ ਨੂੰ ਕੀ ਕਹਿ ਸਕਦੇ ਹਾਂ ਕਿ ਰੱਖਿਆ ਗਿਆ, ਠੀਕ ਹੈ। ਅੱਛਾ, ਇਸ ਤੋਂ ਇਲਾਵਾ ਮਡਾਗਾਸਕਰ ਦੀ ਕਰੰਸੀ ਦੀ ਗੱਲ ਕਰਦੇ ਹਾਂ, ਐਰੀਅਰੀ। ਮਡਾਗਾਸਕਰ ਦੀ ਕਰੰਸੀ ਕੀ ਹੈ? ਐਰੀਅਰੀ। ਔਰ ਇਸ ਦੇ ਲਈ ਇੰਡੀਅਨ ਐਂਬੈਸਡਰ ਦਾ ਕਾਫੀ ਇੰਪੋਰਟੈਂਟ ਰੋਲ ਰਿਹਾ ਸੀ, ਇਸ ਕਰਕੇ ਐਂਬੈਸਡਰ ਦਾ ਨਾਮ ਯਾਦ ਰੱਖਣਾ ਹੈ ਅਭੇ ਕੁਮਾਰ। ਇੰਡੀਅਨ ਐਂਬੈਸਡਰ ਟੂ ਮਡਾਗਾਸਕਰ ਕੌਣ ਨੇ? ਅਭੇ ਕੁਮਾਰ। ਭੂਟਾਨ ਦੀ ਗੱਲ ਕਰਦੇ ਹਾਂ ਤਾਂ ਭੂਟਾਨ ਦੇ ਕੁਈਨ ਮਦਰ ਮੰਨੇ ਜਾਂਦੇ ਨੇ ਗਿਆਲਮ ਸਾਂਗੇ ਕੋਡਨ ਵੈਂਗਚੁਕ। ਇਹਨਾਂ ਨੂੰ 2020 UN ਪਾਪੂਲੇਸ਼ਨ ਅਵਾਰਡ ਦਿੱਤਾ ਗਿਆ।
2020 UN ਪਾਪੂਲੇਸ਼ਨ ਅਵਾਰਡ ਦੀ ਅਗਰ ਆਪਾਂ ਗੱਲ ਕਰਦੇ ਹਾਂ, ਕੁਝ ਦਿਨ ਪਹਿਲੇ ਡਿਸਕਸ ਕੀਤਾ ਸੀ ਕਿ ਇੰਡੀਆ ਦੇ ਇੱਕ ਇੰਸਟੀਚਿਊਟ ਨੂੰ ਵੀ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇੰਡੀਆ ਦਾ ਇੰਸਟੀਚਿਊਟ ਸੀਗਾ ਹੈਲਪ ਏਜ ਇੰਸਟੀਚਿਊਟ। ਇੰਡੀਆ ਦਾ ਹੈਲਪ ਏਜ ਇੰਸਟੀਚਿਊਟ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। 1981 ਤੋਂ ਇਸ ਅਵਾਰਡ ਨੂੰ ਦਿੱਤਾ ਜਾ ਰਿਹਾ ਹੈ ਔਰ ਭੂਟਾਨ ਦੇ ਕੁਈਨ ਮਦਰ ਪਰਸਨ ਨੂੰ ਦਿੱਤਾ ਗਿਆ ਗਿਆਲੂਮ ਸਾਂਗੇ ਕੋਡਨ ਵੈਂਗਚੁਕ, ਠੀਕ ਹੈ, ਵੂਮਨ ਨੇ। ਪਲੱਸ ਅਗਰ ਆਪਾਂ ਗੱਲ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਕਿਸ ਨੂੰ ਇਹ ਅਵਾਰਡ ਦਿੱਤਾ ਜਾ ਚੁੱਕਿਆ ਹੈ, ਇੰਡੀਆ ਦੇ ਵਿੱਚ ਵੀ ਇੰਦਰਾ ਗਾਂਧੀ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ, ਠੀਕ ਹੈ। ਇਸ ਤੋਂ ਇਲਾਵਾ ਰਤਨ ਟਾਟਾ ਦੀ ਗੱਲ ਕਰਦੇ ਤਾਂ ਇਹਨਾਂ ਨੂੰ ਵੀ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ, ਠੀਕ ਹੈ। ਨੇਪਾਲ ਦੀ ਗੱਲ ਕਰਦੇ ਹਾਂ ਤਾਂ ਇੰਡੀਅਨ ਫੋਰਨ ਸੈਕਟਰੀ ਹਰਸ਼ਵਰਧਨ ਸ਼੍ਰਿੰਗਲਾ 2 ਦਿਨ ਦੀ ਵਿਜ਼ਿਟ 'ਤੇ ਨੇ ਨੇਪਾਲ ਦੀ, ਠੀਕ ਹੈ। ਬਾਇਲੇਟਰਲ ਟਾਈਜ਼ ਦੇ ਲਈ ਕੁਝ ਐਗਰੀਮੈਂਟ ਸਾਈਨ ਕੀਤੇ ਜਾਣੇ ਨੇ ਤਾਂ ਇੰਡੀਆ ਦੇ ਵੱਲੋਂ ਹਰਸ਼ਵਰਧਨ ਸ਼੍ਰਿੰਗਲਾ ਫੋਰਨ ਸੈਕਟਰੀ 2 ਦਿਨ ਦੀ ਵਿਜ਼ਿਟ 'ਤੇ ਗਏ ਨੇ। ਨੈਕਸਟ ਹੈ which state governor presented doctorate of science honorary doctorate to ISRO chairman K Sivan। ISRO ਦੇ ਜਿਹੜੇ ਚੇਅਰਮੈਨ ਨੇ, ISRO ਦੀ ਗੱਲ ਕਰਦੇ ਆ ਇੰਡੀਆ ਦੀ ਸਪੇਸ ਏਜੰਸੀ, ਕੇ ਸਿਵਾਨ ਨੂੰ ਡਾਕਟਰੇਟ ਆਫ ਸਾਇੰਸ ਆਨਰਰੀ ਡਾਕਟਰੇਟ ਪ੍ਰੋਵਾਈਡ ਕੀਤੀ ਜਾ ਰਹੀ ਹੈ। ਕਿਹੜੀ ਸਟੇਟ ਦੇ ਗਵਰਨਰ ਦੁਆਰਾ? ਕਰਨਾਟਕਾ ਦੇ ਗਵਰਨਰ ਦੁਆਰਾ। ਕਰਨਾਟਕਾ ਗਵਰਨਰ ਵਾਜੂਬਾਈ ਬਾਲਾ ਨੇ ਇਹਨਾਂ ਦੁਆਰਾ ਪ੍ਰੋਵਾਈਡ ਕੀਤੀ ਗਈ ਡਾਕਟਰੇਟ ਦੀ ਡਿਗਰੀ, ਠੀਕ ਹੈ, PhD ਡਿਗਰੀ ਜਿਹੜੀ ਆਪਾਂ ਕਹਿੰਦੇ ਆ ਤਾਂ ਇਹਨਾਂ ਨੂੰ ਪ੍ਰੋਵਾਈਡ ਕੀਤੀ ਗਈ ਹੈ। ਅੱਛਾ, ਇਸ ਤੋਂ ਇਲਾਵਾ ISRO ਦੀ ਗੱਲ ਕਰਦੇ ਹਾਂ ਤਾਂ ISRO ਦੇ ਵਿੱਚ ਰੀਸੈਂਟਲੀ ਇੰਡੀਆ ਨੇ ISRO ਨੇ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਭੇਜੀ, ਠੀਕ ਹੈ। ਕੇ ਸਿਵਾਨ ਨੂੰ ਹੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਕੇ ਸਿਵਾਨ ਨੂੰ ਵੌਨ ਕਰਮਨ ਅਵਾਰਡ ਦਿੱਤਾ ਗਿਆ ਸੀ, ਠੀਕ ਹੈ। ਤਾਂ ਜਿਹੜੀ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਹੈ ਇਸ ਦੇ ਨਾਲ ਟੋਟਲ 10 ਸੈਟੇਲਾਈਟਸ ਭੇਜੀਆਂ ਗਈਆਂ ਸੀ ਤਾਂ ਬਾਕੀ 9 ਸੈਟੇਲਾਈਟਸ ਸੀ ਜਿਹੜੀਆਂ 9 ਸੈਟੇਲਾਈਟਸ ਦੇ ਵਿੱਚੋਂ 4 USA ਦੀ ਸੀਗੀਆਂ, ਇਹ ਯਾਦ ਰੱਖਣਾ ਆਪਾਂ ਡਿਸਕਸ ਕੀਤਾ ਹੋਇਆ। 4 ਲਗਜ਼ਮਬਰਗ ਦੀ ਸੀਗੀਆਂ ਔਰ ਇੱਕ ਸੀਗੀ ਆਪਣੀ ਲਿਥੂਨੀਆ ਦੀ, ਇੱਕ ਸੈਟੇਲਾਈਟ ਲਿਥੂਨੀਆ ਦੀ ਸੀਗੀ, ਠੀਕ ਹੈ ਜੀ। ਇਹ ਸਾਰੇ ਫੈਕਟਸ ਯਾਦ ਰੱਖਣੇ। ਇਸ ਤੋਂ ਇਲਾਵਾ ਬਾਕੀ ਸਟੇਟ ਦੇ ਰਿਲੇਟਡ ਕੁਝ ਨਿਊਜ਼ ਨੇ, ਡਿਸਕਸ ਕਰਾਂਗੇ। ਸਭ ਤੋਂ ਰਿਲੇਟਡ ਹੋਰ ਇੰਪੋਰਟੈਂਟ ਨਿਊਜ਼ ਨੇ 2 ਕਿ ਚੀਫ ਮਿਨਿਸਟਰ ਅਸ਼ੋਕ ਗਹਿਲੋਟ, ਰਾਜਸਥਾਨ ਦੇ ਚੀਫ ਮਿਨਿਸਟਰ ਨੇ ਜਿਹੜੇ ਅਸ਼ੋਕ ਗਹਿਲੋਟ, ਇਹਨਾਂ ਦੁਆਰਾ ਪਧਾਰੋ ਮਾਰੇ ਦੇਸ ਕੌਂਸਰਟ ਸੀਰੀਜ਼ ਸ਼ੁਰੂ ਕੀਤੀ ਗਈ ਹੈ ਫੋਕ ਆਰਟਿਸਟ ਨੂੰ ਸਪੋਰਟ ਕਰਨ ਦੇ ਲਈ। COVID-19 ਦੇ ਦੌਰਾਨ ਫੋਕ ਆਰਟਿਸਟ ਹੋ ਗਏ ਜਾਂ ਜਿੰਨੇ ਵੀ ਆਰਟਿਸਟ ਵਗੈਰਾ ਸੀਗੇ ਇਹਨਾਂ ਦਾ ਨੁਕਸਾਨ ਹੋਇਆ ਤਾਂ ਇਹਨਾਂ ਦੇ ਲਈ ਸਪੋਰਟ ਕਰਨ ਦੇ ਲਈ ਪਧਾਰੋ ਮਾਰੇ ਦੇਸ ਕੌਂਸਰਟ ਸੀਰੀਜ਼ ਸ਼ੁਰੂ ਕੀਤੀ ਗਈ ਹੈ ਚੀਫ ਮਿਨਿਸਟਰ ਅਸ਼ੋਕ ਗਹਿਲੋਟ ਦੁਆਰਾ। ਇੰਡੀਆ ਦੀ ਲੌਂਗੈਸਟ ਵਾਟਰ ਟਨਲ ਦੀ ਗੱਲ ਕਰਦੇ ਹਾਂ, ਪ੍ਰਵਾਨ ਟਨਲ ਬਣਾਈ ਜਾ ਰਹੀ ਹੈ, ਲੌਂਗੈਸਟ ਵਾਟਰ ਟਨਲ। ਅਗਰ ਇੰਡੀਆ ਦੀ ਲੌਂਗੈਸਟ ਟਨਲ ਦੀ ਗੱਲ ਕਰਦੇ ਹਾਂ ਤਾਂ ਜੋਜੀਲਾ ਟਨਲ ਹੈ, ਜੋ ਕਿ ਆਪਾਂ ਡਿਸਕਸ ਕੀਤੀ ਸੀ ਰੀਸੈਂਟਲੀ, ਜੰਮੂ ਐਂਡ ਕਸ਼ਮੀਰ ਦੇ ਵਿੱਚ ਡਿਵੈਲਪ ਕੀਤੀ ਗਈ ਹੈ ਤਕਰੀਬਨ 14 ਕਿਲੋਮੀਟਰ ਦੀ। ਤਾਂ ਲੌਂਗੈਸਟ ਵਾਟਰ ਟਨਲ ਹੈ ਜਿਹੜੀ 8.75 ਕਿਲੋਮੀਟਰ ਦੀ ਬਣਾਈ ਜਾ ਰਹੀ ਹੈ ਰਾਜਸਥਾਨ ਦੇ ਵਿੱਚ, ਠੀਕ ਹੈ, ਜਿਸ ਨੂੰ ਜਨਵਰੀ 2021 ਤੱਕ ਆਪਰੇਸ਼ਨਲਾਈਜ਼ ਕਰ ਦਿੱਤਾ ਜਾਏਗਾ। ਨੈਕਸਟ ਆਪਾਂ ਤਮਿਲਨਾਡੂ ਰਿਲੇਟਡ ਇੱਕ ਨਿਊਜ਼ ਹੈ ਕਿ ਤਮਿਲਨਾਡੂ ਦੇ ਵਿੱਚ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਵਾਰਨਿੰਗ ਅਨਾਊਂਸ ਕੀਤੀ ਹੈ ਇੱਕ ਸਾਈਕਲੋਨ ਨਿਵਾਰ ਦੀ। ਜਿਸ ਤਰੀਕੇ ਨਾਲ ਆਪਾਂ ਮੋਲਦੋਵਾ ਕਹਿ ਸਕਦੇ ਹਾਂ ਕਿ ਸਾਈਕਲੋਨ ਦੇ ਬਾਰੇ ਡਿਸਕਸ ਕੀਤਾ ਸੀ ਕਿ ਵੀਅਤਨਾਮ ਦੇ ਵਿੱਚ ਆਇਆ ਸੀ, ਠੀਕ ਹੈ, ਉਸੇ ਤਰੀਕੇ ਨਾਲ ਨਿਵਾਰ ਨਾਮ ਦੇ ਇੱਕ ਸਾਈਕਲੋਨ ਦੇ ਲਈ ਵਾਰਨਿੰਗ ਅਨਾਊਂਸ ਕੀਤੀ ਗਈ ਹੈ IMD ਦੁਆਰਾ ਤਮਿਲਨਾਡੂ ਦੇ ਵਿੱਚ। IMD ਦੀ ਗੱਲ ਕਰਦੇ ਹਾਂ 1875 ਦੇ ਵਿੱਚ ਬਣਾਈ ਗਈ ਸੀ, ਨਿਊ ਦਿੱਲੀ ਦੇ ਵਿੱਚ ਇਸ ਦਾ ਹੈੱਡਕੁਆਟਰ ਹੈ। ਆਂਧਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਆਂਧਰ ਪ੍ਰਦੇਸ਼ ਗੌਰਮੈਂਟ ਦੁਆਰਾ ਅਭਿਯਮ ਐਪਲੀਕੇਸ਼ਨ ਲਾਂਚ ਕੀਤੀ ਗਈ। ਅਭਿਯਮ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ ਵੂਮੈਨ ਪੈਸੇਂਜਰਸ ਦੀ ਸੇਫਟੀ ਦੇ ਲਈ, ਪਬਲਿਕ ਟਰਾਂਸਪੋਰਟ ਦੇ ਵਿੱਚ ਵੂਮੈਨ ਪੈਸੇਂਜਰਸ ਦੀ ਸੇਫਟੀ ਦੇ ਲਈ। ਆਂਧਰ ਪ੍ਰਦੇਸ਼ ਦੁਆਰਾ ਹੀ ਦਿਸ਼ਾ ਐਪਲੀਕੇਸ਼ਨ ਵੀ ਲਾਂਚ ਕੀਤੀ ਗਈ ਸੀ ਵੂਮੈਨਸ ਦੇ ਲਈ, ਠੀਕ ਹੈ ਜੀ। ਹਿਮਾਚਲ ਪ੍ਰਦੇਸ਼ ਨੇ ਇੱਕ ਐਗਰੀਮੈਂਟ ਸਾਈਨ ਕੀਤਾ ADB ਦੇ ਨਾਲ, ਠੀਕ ਹੈ। ਐਗਰੀਮੈਂਟ ਇਹ ਸਮੋਲ ਅਮਾਊਂਟ ਐਗਰੀਮੈਂਟ ਹੈ, ਇੰਪੋਰਟੈਂਟ ਬਣੇਗਾ ਕਿਉਂਕਿ ਸਪੈਸ਼ਲੀ ਮੰਡੀ ਡਿਸਟ੍ਰਿਕਟ ਦੇ ਲਈ ਲਾਂਚ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਨੇ ਮੰਡੀ ਡਿਸਟ੍ਰਿਕਟ ਦੇ ਲਈ ADB ਦੇ ਨਾਲ ਐਗਰੀਮੈਂਟ ਸਾਈਨ ਕੀਤਾ ਹੈ ਕਿ 15 ਕਰੋੜ ਦਾ ਟੋਟਲ ਪ੍ਰੋਜੈਕਟ ਹੈ, ਜਿਸ ਦੇ ਵਿੱਚੋਂ 9 ਕਰੋੜ ADB ਪ੍ਰੋਵਾਈਡ ਕਰ ਰਿਹਾ ਔਰ 6 ਕਰੋੜ ਹਿਮਾਚਲ ਪ੍ਰਦੇਸ਼ ਗੌਰਮੈਂਟ ਕਰੇਗੀ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਦੇ ਲਈ ਮੰਡੀ ਡਿਸਟ੍ਰਿਕਟ ਦੇ ਵਿੱਚ। ਮੰਡੀ ਉਹੀ ਡਿਸਟ੍ਰਿਕਟ ਹੈ ਜਿਸ ਨੇ ਪ੍ਰਾਈਮ ਮਿਨਿਸਟਰ ਗ੍ਰਾਮ ਸੜਕ ਯੋਜਨਾ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਟੌਪ ਕੀਤਾ ਸੀ ਔਰ ਹਿਮਾਚਲ ਪ੍ਰਦੇਸ਼ ਦੁਆਰਾ LPG ਹਰ ਘਰ LPG ਪ੍ਰੋਵਾਈਡ ਕਰਵਾਉਣ ਵਾਲਾ ਵੀ ਸਟੇਟ ਕਿਹੜੀ ਸੀ? ਹਿਮਾਚਲ ਪ੍ਰਦੇਸ਼। ਉੱਤਰਾਖੰਡ ਦੀ ਗੱਲ ਕਰਦੇ ਹਾਂ ਤਾਂ ਕੁੰਭ ਮੇਲਾ ਅਨਾਊਂਸ ਕਰ ਦਿੱਤਾ ਗਿਆ ਕਿ ਹਰਿਦੁਆਰ ਦੇ ਵਿੱਚ 2021 ਦੇ ਵਿੱਚ ਉੱਤਰਾਖੰਡ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ ਕੁੰਭ ਮੇਲਾ, ਠੀਕ ਹੈ ਜੀ।
कोविड-19 के दौरान इसनूं कैंसल नहीं किया गया, फाइनली इसनूं अनाउंस कर दिता गया कि इसनूं ऑर्गेनाइज किया जाएगा। इस तो इलावा नॉर्थ ईस्ट स्टेट्स की गल करते हैं तो किहड़ी नॉर्थ ईस्ट स्टेट दे विच फर्स्ट काओ हॉस्पिटल सूरभी आरोग्यशाला नाम का पहला काओ हॉस्पिटल बनाया गया है श्री गोपाल गौशाला द्वारा 17 लाख रुपए की कोस्ट के नाल। तो पहला काओ हॉस्पिटल असम दे विच बनाया गया, असम के डिब्रूगढ़ दे विच काओ हॉस्पिटल बनाया गया। अच्छा सिमिलर तरीके नाल अगर आप गल करते हैं एलीफेंट हॉस्पिटल तो वह कित्थे है मथुरा यूपी दे विच, ठीक है जी। इस तो इलावा एलीफेंट रिहैबिलिटेशन सेंटर की गल करते हैं, एलीफेंट रिहैबिलिटेशन सेंटर केरला के कुटूर दे विच जिस दे लई अनाउंस भी किया गया कि इसनूं वर्ल्ड का लार्जेस्ट बनाया जाएगा, ठीक है जी। दूसरा एलीफेंट रिहैबिलिटेशन सेंटर उड़ीसा के विच बनाया जा रहा है। इस तो इलावा टर्टल रिहैबिलिटेशन सेंटर की गल करते हैं बेगूसराय बिहार दे विच, ठीक है। काओ की गल करते हैं काओ कैबिनेट शुरू की थी MP ने, काओ कैबिनेट MP ने, काओ सेस यूपी ने, काओ कैबिनेट MP द्वारा, ठीक है जी। ये सारे याद रखने। इस तो इलावा असम रिलेटेड एक होर इंपोर्टेंट न्यूज़ है डिस्कस करते हैं तो असम के फॉर्मर चीफ मिनिस्टर तरुण गंगोई ने जिहड़े लॉन्गेस्ट सर्विंग चीफ मिनिस्टर सीगे, इन्हां दी रिसेंटली डैथ हो गई है। असम के फॉर्मर चीफ मिनिस्टर सीगे तकरीबन 2001 तो 2015 तक चीफ मिनिस्टर रहे सी असम के। इस तो इलावा यह जिहड़े अपने चीफ जस्टिस सीगे इंडिया के 46 नंबर के चीफ जस्टिस रंजन गंगोई के फादर भी ने, रंजन गंगोई 46 चीफ जस्टिस सीगे, उन्होंने फादर भी ने। और इस टाइम 47 चीफ जस्टिस ने, वह कौन ने? शरद अरविंद बोबडे। मेघालय की गल करते हैं तो इंडिया इंटरनेशनल चैरी ब्लूजम फैसटिवल है जिहड़ा आप डिस्कस किया होया काफ़ी बार कि मेघालय के शिलोंग दे विच एक कंडक्ट किया जाता है। इस साल के लिए इसनूं कैंसल किया गया ड्यू टू कोविड-19, ठीक है जी। इस तो इलावा यह भी याद रखना कि नैशनल फैसटिवल है मीचीगन का। मीचीगन एक स्टेट है USA की, USA दे विच है मीचीगन। बेसिकली आप डिस्कस करते होंगे कि USA दे विच 51 स्टेट्स ने तो उन्होंने दे विच एक है मीचीगन का नैशनल फैसटिवल भी है चैरी ब्लूजम फैसटिवल, ये याद रखना। आज के लिए बस इन्ना ही। आई होप सानू सैशन पसंद आया होगा। सैशन लाइक और शेयर जरूर करते रहो काइंडली अपने फ्रेंड्स के नाल। थैंक यू फॉर वॉचिंग द सैशन। गुड बाय।